बिस्मिल्लाहिर्रहमानिर्रहीम। अस्सलाम वालेकुम नाज़रीन, ABHD TV ਤੋਂ ਤੁਹਾਡਾ ਮੇਜ਼ਬਾਨ ਡਾਕਟਰ ਦਾ ਹਾਜ਼ਰ ਖਿਦਮਤ ਹੈ। ਤੇ ਨਾਜ਼ਰੀਨ, ਜਿਸ ਤਰ੍ਹਾਂ ਕਿ ਅਸੀਂ ਇੱਕ ਸ਼ੋਅ ਕੇ ਰੈਗੂਲਰਲੀ ਤੁਹਾਡੇ ਵਾਸਤੇ ਕਰ ਰਹੇ ਸਾਂ, ਵਿੱਚ ਕੁਝ ਈਦ ਦੀਆਂ ਛੁੱਟੀਆਂ ਆ ਗਈਆਂ, ਕੁਝ ਇੱਕ ਦੋ ਦੋਸਤ ਸਾਡੇ ਜਿਹੜੇ ਨੇ ਉਹ ਫਿਜ਼ੀਕਲੀ ਫਿਟ ਨਾ ਰਹੇ, ਤਬੀਅਤ बेहतर नासाज हो गई ਤੇ ਥੋੜ੍ਹਾ ਜਿਹਾ ਗੈਪ ਆਇਆ, ਉਹਦੀ ਮਾਜ਼ਰਤ। ਦੁਬਾਰਾ ਅਸੀਂ ਸਿਲਸਿਲਾ ਤੁਹਾਡੇ ਵਾਸਤੇ ਸ਼ੁਰੂ ਕਰ ਰਹੇ ਹਾਂ। ਤੁਹਾਡੇ ਪਸੰਦ ਕਰਨ ਦਾ ਸ਼ੁਕਰੀਆ। ਅੱਗੋਂ ਵੀ ਸਾਡਾ ਸ਼ੋਅ ਪਸੰਦ ਆਵੇ ਨਾਜ਼ਰੀਨ ਤੇ ਇਹਨੂੰ ਲਾਈਕ ਕਰਨਾ ਹੈ, ਇਹਨੂੰ ਸ਼ੇਅਰ ਕਰਨਾ ਹੈ, ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਖੁਦ ਵੀ ਕਰਨਾ ਹੈ ਤੇ ਕਰਵਾਉਣਾ ਵੀ ਹੈ। ਇਹ ਤੁਹਾਡਾ ਪਿਆਰ ਜਿਹੜਾ ਹੈ ਉਹ ਸਾਡੇ ਨਾਲ ਇੰਝ ਵਧੇਗਾ ਕਿ ਤੁਸੀਂ ਚੈਨਲ ਖੁਦ ਤੇ ਸਬਸਕ੍ਰਾਈਬ ਕੀਤਾ ਹੀ ਸਾਨੂੰ ਕਹਿੰਦੇ ਹੀ ਹੋ। ਆਪਣੇ ਦੋਸਤ ਅਹਿਬਾਬ ਰਿਸ਼ਤੇਦਾਰ ਉਹਨਾਂ ਨੂੰ ਵੀ ਦੱਸੋ। ਨਹੀਂ, ਸਾਨੂੰ ਤੁਸੀਂ ਚੈਨਲ ਵਾਸਤੇ ਬਣਾਇਆ, ਜਿਹੜੀ ਸਾਡੀ ਕੋਈ ਗੱਲ ਹੈ ਉਹ ਕਰੋ। ਤੁਸੀਂ ਆਪਣੀ ਸਬਸਕ੍ਰਾਈਬੇਸ਼ਨ 'ਚ ਵੜ ਗਏ ਹੋ ਜਨਾਬ। ਚੈਨਲ ਦੇ ਸਿਰ ਤੇ ਤੁਸੀਂ ਵੀ ਲੋਕਾਂ ਦੇ ਸਾਹਮਣੇ ਜਾਣਾ ਹੈ। ਚੈਨਲ ਦੀ ਗੱਲ ਨਾ ਕਰੀਏ ਜਨਾਬ, ਇਹਦੇ ਤੱਤੇ ਕਿਉਂ ਤੁਸੀਂ ਜਨਾਬ? ਨਹੀਂ, ਮੈਂ ਕਹਿੰਦਾ ਤੁਸੀਂ ਚੈਨਲਾਂ ਵਾਲੇ ਹੋ, ਗੌਰਮੈਂਟ ਦਾ ਵੀ ਇਹੀ ਕੰਮ ਹੈ, ਤੁਹਾਡਾ ਵੀ ਇਹੀ ਕੰਮ ਹੈ। ਉਹ ਬੁਲਾਉਂਦੇ ਨੇ ਜੀ, ਆਓ ਤੁਹਾਡੀ ਕੋਈ ਗੱਲ ਸੁਣੀਏ, ਉੱਥੇ ਜਾਂਦੇ ਆ ਕੋਈ ਨਾ ਕੋਈ ਨਵੀਂ ਗੱਲ। ਉਹ ਤੁਸੀਂ ਵੀ ਬੁਲਾਇਆ ਸਾਨੂੰ, ਆਓ ਜੀ ਤੁਹਾਡੀ ਮਤਲਬ ਉਹ ਜਿਹੜੀ ਗੱਲ ਹੈ ਬੇਰੋਜ਼ਗਾਰੀ ਦੀ, ਤੁਹਾਡੇ ਮੈਰਿਜ ਹਾਲ ਬੰਦ ਨੇ, ਤੁਹਾਡੀਆਂ ਮਾਰਕੀਆਂ ਬੰਦ ਨੇ, ਉਹ ਅਸੀਂ ਆ ਗਏ ਆ, ਲੇਕਿਨ ਮਤਲਬ ਤੁਸੀਂ ਉਹ ਗੱਲ ਕਰੋ ਜੀ। ਨਾਜ਼ਰੀਨ, ਮੈਂ ਤਾਰਫ ਕਰਾ ਦਿਆਂ ਜਨਾਬ, ਸਾਡੇ ਨਾਲ ਬੈਠੇ ਨੇ जनाब इकबाल बेग साहब। ये जनाब एक मार्की दे मालक ने। यार ना ते पूरा लै भाई, मिर्जा इकबाल बेग, मिर्जा इकबाल बेग। जी, मिर्जा साहब ने जनाब इकबाल बेग नु रहने देने सर। हां, मिर्जा इकबाल बेग, मिर्जा इकबाल बेग साहब। हाजी मिर्जा इकबाल बेग। अच्छा, हाजी मिर्जा और को मजीद इजाफा। हां जनाब मोहतरम हाजी मिर्जा इकबाल बेग साहब, अल मरूफ मीरा मार्की वाले। अल मरूफ मीरा तुसी बात दसना, मैं जरा बाकी दोस्तों तरफ करा दसो इन्हें दसो जी। नाज़रीन, ऐसा नाल जनाब बैठे ने मलक सईद साहब ते ये मलक साहब एक प्राइवेट स्कूल दी कैंटीन चलाते ने जनाब। ते जिन्हां दे स्कूल चल रहे सन ठीक, इन्हां ने भी दिहाड़ियां लाइयां ने ते खल्लां लाइयां ने, बच्चियां नूं लुटिया है 20 वाली चॉकलेट 50 दी बेच के। इन्हां नाल पुछांगे कि स्कूल बंद होने तो बाद की गुजर रही है। और साडे नाल बैठे ने जनाब साईं जाकर अली साहब, स्टेज आर्टिस्ट ने, बहुत नामवर फनकार ने। क्योंकि फिल्म भी बंद हो गई है, थिएटर भी बंद हो गया है, तो TV वाले वड़न नहीं देंगे। तो इन्होंने भी गलबात करांगे कि थिएटर बंद होने तो बाद, फिल्म बंद होने तो बाद इन्होंने हालात की ने। साडी गल करो जी, उन्हां दी कोई शक्ल मतलब जिस तरह तुसीं दस रहे हो कोई एक्टर वाली शक्ल लग रही है, वो गल को साडी दसो। चलो इकबाल बेग साहब, शक्लां सारियां रखियां बनाईयां सर, मैं कहना अल्लाह दीयां बनाईयां ने। हां, ਉਹ लेकिन ਇਹੋ ਜਿਹੇ ਬੰਦੇ ਢੋਲ ਵਾਲੇ ਵੀ ਹੁੰਦੇ, ਉਹ ਵੀ ਠੀਕ ਹੁੰਦੇ ਨੇ। ਤੁਸੀਂ ਉਹਨਾਂ ਨੂੰ ਸਾਡੇ ਨਾਲ ਬਿਠਾ ਕੇ ਸਾਨੂੰ ਵੀ ਡੀਗਰੇਡ ਕਰ ਰਹੇ ਹੋ। ਜੀ ਜਨਾਬ, ਡੀਗਰੇਡ ਮੈਨੂੰ ਪਹਿਲਾਂ ਇਹ ਦੱਸੋ ਕਿ ਤੁਸੀਂ ਇਹਦੇ ਪਰੇਸ਼ਾਨ ਕਿਉਂ? ਤੁਸੀਂ ਤੇ ਕਰੋੜਾਂ ਰੁਪਈਆ ਕਮਾਇਆ ਮਾਰਕੀਆਂ ਤੋਂ, ਇਹ ਜਿਹੜੇ ਮਹਿੰਗੇ ਫੰਕਸ਼ਨ ਤੁਸੀਂ ਲੋਕਾਂ ਨੂੰ ਦੇ ਕੇ ਤੇ ਤੁਹਾਨੂੰ ਤਾਂ ਹੋਰ ਵੀ ਸਾਲ ਵੇਲੇ ਲੈ ਕੇ ਖਾਣਾ ਖਾਈਏ, ਟੈਨਸ਼ਨ ਨਹੀਂ। ਉਹ ਭਾਈਜਾਨ, ਤੁਹਾਡੇ ਕੋਲ ਕੀ ਇਲਮ ਹੈ, ਤੁਹਾਡੇ ਕੋਲ ਕੀ ਮਾਲੂਮਾਤ ਹੈ? ਐਵੇਂ ਮਤਲਬ ਹਰ ਬੰਦੇ ਨੇ ਤੇ ਚੈਨਲ ਬਣਾ ਲਿਆ, ਹਰ ਬੰਦਾ ਮੂੰਹ ਚੁੱਕ ਕੇ ਸਾਡੇ ਨਾਲ ਸਵਾਲ ਕਰ ਲੈਂਦਾ। ਉਹ ਮੇਰੇ ਭਾਈ, ਇਹ ਤੁਹਾਨੂੰ ਪਤਾ ਸਾਡੇ ਕੋਲ ਕਿੰਨੀ ਲੇਬਰ ਹੈ? ਕਿੰਨੀ ਲੇਬਰ ਹੈ ਜੀ? ਇਹ ਸਾਡੇ ਕੋਲ ਕਮ ਸੇ ਕਮ 100 ਤੋਂ 125 ਬੰਦਾ ਜਿਹੜਾ ਨਾ ਜੀ ਉਹ ਕੰਮ ਕਰਦਾ। ਉਹਦੀਆਂ ਦਿਹਾੜੀਆਂ, ਉਹਦੀਆਂ ਤਨਖਾਹਾਂ ਉਹ ਕਿੱਥੋਂ ਦੇਣੀਆਂ ਨੇ? ਪੈਸੇ ਜਿਹੜੇ ਕਮਾਏ ਨੇ। ਬਹੁਤ ਖੂਬਸੂਰਤ ਗੱਲ ਕੀਤੀ ਤੁਸੀਂ ਮਿਰਜ਼ਾ ਸਾਹਿਬ, ਲੇਕਿਨ ਉਹ ਸਾਰੇ ਤੁਸੀਂ ਦਿਹਾੜੀ ਤੇ ਰੱਖੇ ਹੁੰਦੇ ਨੇ, ਕਿਉਂਕਿ ਉਹ ਲੇਬਰ ਕੰਮ ਨਹੀਂ ਕਰ ਰਹੀ ਤੇ ਤੁਸੀਂ ਉਹਨੂੰ ਦਿਹਾੜੀ ਕੋ ਨਹੀਂ ਦੇਣੀ। ਓਏ ਆਹੋ, ਗੱਲ ਤਾਂ ਠੀਕ ਹੈ, ਲੇਕਿਨ ਵੇਖੋ ਮਤਲਬ ਸਾਡੇ ਸਿਰਫ ਤੁਸੀਂ ਇੱਕ ਕਾਰਡ ਰੱਖੇ ਆ ਉੱਤੇ ਜਿਹੜਾ ਸਾਰਾ ਦਿਨ ਤੇਰਾ ਧੁੱਪੇ ਬੂਹੇ ਕੇ ਬੈਠਾ ਰਹਿੰਦਾ ਹੈ ਤੇ ਉਹਨੂੰ ਤੁਸੀਂ 7000 ਰੁਪਇਆ ਮਹੀਨਾ ਦਿੰਦੇ ਹੋ। ਉਹ ਮੇਰੇ ਭਾਈ, ਤੇ ਜਿਹੜੇ ਬਿਜਲੀ ਦੇ ਬਿੱਲ ਆ ਰਹੇ ਨੇ, ਜਿਹੜੇ ਮਤਲਬ ਉੱਥੇ ਹੋਰ ਨਿਜ਼ਾਮ ਚੱਲ ਰਹੇ ਨੇ, ਉਹ ਕਿੱਥੋਂ ਚੱਲ ਰਹੇ ਨੇ? ਗੈਸ ਦੇ ਬਿੱਲ ਆ ਰਹੇ ਨੇ, ਇਹੀ ਗੱਲ ਲੋਹਾਤ ਨਹੀਂ ਦਿੱਤੇ ਅਸੀਂ। ਇਹੀ ਗੱਲ ਕਰ ਰਹੇ ਆ ਨਾਜ਼ਰੀਨ। ਮੈਂ ਇੱਕ ਛੋਟਾ ਜਿਹਾ ਤੁਹਾਡੇ ਸਾਹਮਣੇ ਫਿਗਰ ਰੱਖਣਾ ਚਾਹਨਾ ਆ। 120 ਪਾਉਂਡ ਸਾਨੂੰ ਬਿੱਲ ਆ ਗਿਆ। 120 ਪਾਉਂਡ ਕੇਕ ਬਣਵਾਇਆ? ਉਹ ਯਾਰ ਮੇਰੇ ਭਾਈ, ਮੇਰੀ ਗੱਲ ਸੁਣੋ, ਅਸੀਂ ਇਸ ਮੁਲਕ ਦੀ ਖਿਦਮਤ ਕੀਤੀ ਹੈ। ਮੈਂ ਪਿਛਲੇ 29 ਸਾਲ ਤੋਂ ਇੰਗਲੈਂਡ ਦੇ ਵਿੱਚ ਰਹਿ ਕੇ ਦਿਨ ਰਾਤ ਮਿਹਨਤ ਕਰਕੇ ਜੀ, ਹਾਂਜੀ, ਮੈਂ ਉੱਥੇ ਅਫਸਰ ਨਹੀਂ ਲੱਗਾ ਰਿਹਾ। ਠੀਕ ਹੈ। ਹਾਂਜੀ, ਇੱਕ ਪਲਾਸ ਦੇ ਵਿੱਚ ਮੈਂ ਵੈਪਰ ਮਾਰਦਾ ਸਾਂ, ਸਫਾਈ ਕਰਦਾ ਸਾਂ। ਅੱਛਾ, ਇਹ ਪੈਸੇ ਕੋ ਕਮਾਣੇ ਏਡੇ ਸੌਖੇ ਨਹੀਂ। ਠੀਕ ਹੈ। ਬੜੀ ਮਿਹਨਤ ਨਾਲ ਮੈਂ ਪੈਸੇ ਕਮਾ ਕੇ ਲਿਆ ਕੇ ਤੇ ਇੱਥੇ ਮਤਲਬ ਮੀਰਾ ਮਾਰਕੀ ਬਣਾਈ, ਆਪਣੀ ਪ੍ਰਾਪਰਟੀ ਬਣਾਈ ਹੈ। ਕਿਸੇ ਕੋਈ ਆਸਾਨ ਕੀਤਾ ਹੋਵੇ ਤੁਸੀਂ? ਤੇ ਮੈਂ ਇਸ ਤੋਂ ਇੱਥੇ ਮੈਨੂੰ ਜਿਹੜੇ ਖਰਚੇ ਪੈਂਦੇ ਨੇ ਨਾ, ਮੈਂ ਇਹਨਾਂ ਨੂੰ ਪਾਉਂਡਾਂ ਦੇ ਹਿਸਾਬ ਨਾਲ ਹੀ ਕਾਊਂਟ ਕਰਵਾ। ਭਾਜੀ, ਪਾਉਂਡਾਂ ਦੇ ਹਿਸਾਬ ਤੇ ਬਿੱਲ ਪਾਉਂਡਾਂ 'ਚ ਨਹੀਂ ਆਉਂਦਾ, ਬਿੱਲ ਰੁਪਈਏ 'ਚ ਆਉਂਦਾ ਹੈ। और बंद मार्की का जरा महदूद ही आता है, इन्ना लंबा चौड़ा नहीं होता। तुसीं पौंडा चला रहे हो। ओ यार, मैं ਤੁਹਾਡੇ ਤੋਂ ਕਿਸੇ ਬੰਦੇ ਦੀ ਮਾਰਕੀ ਹੈ? ਤੁਹਾਡਾ ਕੀ ਤਲਕ? ਮਤਲਬ ਤੁਹਾਨੂੰ ਕੀ ਪਤਾ ਕਿ ਮੈਂ ਹੁਣ ਤੁਹਾਨੂੰ ਕੀ ਕਹਿ ਸਕਦਾ? ਮੈਨੂੰ ਇੱਕ ਤੁਸੀਂ ਗੱਲ ਦੱਸੋ ਕਿ ਤੁਹਾਡੇ ਤੋਂ ਇਲਾਵਾ ਜਿਹੜੇ ਦੋ ਬੰਦੇ ਆਉਂਦੇ ਨੇ, ਇਹਨਾਂ ਨੂੰ ਮਾਰ ਛੜੀਏ, ਗੋਲੀ ਮਾਰ ਛੜੀਏ ਕਿ ਗੱਲ ਕਰ ਲਈਏ? ਉਹ ਸਾਰੇ ਇਹਨਾਂ ਦੀ ਵਜ੍ਹਾ ਚੱਕੇ ਬੇੜੇ ਗਰਕ ਹੋਏ।
ਕੀ ਬੇੜਾ ਗਰਕ ਹੋਇਆ ਇਹਦੇ ਵਿੱਚ? ਮੇਰੀ ਗੱਲ ਦੀ ਸਮਝ ਆਈ? ਕੀ ਬੇੜਾ ਗਰਕ ਹੋਇਆ ਮੈਨੂੰ ਦੱਸੋ ਨਾ। ਬਈ ਇਹਨਾਂ ਦੀਆਂ ਤੇ ਅੱਗੇ ਕਮਾਈਆਂ ਬੜੀਆਂ। ਇਹਨੇ ਮਾਰ ਕੀ ਬੰਦ ਕੀਤੀ ਤੁਹਾਡੀ? ਕਿਨੇ? ਮਤਲਬ ਸਹੀ ਤੇ ਮੇਰੀ ਤੁਸੀਂ ਗੱਲ ਨਹੀਂ ਸਮਝੇ ਬਈ। ਮੈਂ ਕਹਿੰਦਾ ਮੇਰੇ ਮਿਆਰ ਦੇ ਬੰਦੇ ਹੀ ਨਹੀਂ, ਮੈਂ ਇਹਨਾਂ ਨਾਲ ਗੱਲ ਹੀ ਨਹੀਂ ਕਰਨੀ ਚਾਹੁੰਦਾ। ਯਾਰ ਮਿਆਰ ਦਾ ਕੀ ਮਤਲਬ ਹੈ? ਉਹ ਵੀ ਇਨਸਾਨ ਖੁਦਾ ਦੀ ਬਣਾਈ ਮਖਲੂਕ, ਤੁਸੀਂ ਵੀ ਇਨਸਾਨ ਖੁਦਾ ਦੀ ਬਣਾਈ ਮਖਲੂਕ। ਉਹ ਆਪਣਾ ਮੌਕਫ ਪੇਸ਼ ਕਰਨਾ ਆਏ, ਤੁਸੀਂ ਆਪਣਾ ਮੌਕਫ ਪੇਸ਼ ਕਰਨਾ ਆਏ ਹੋ। ਬਈ ਉਹਦੀ ਗੱਲ ਤੇ ਸੁਣੋ, ਉਹਨੂੰ ਮੈਂ ਗੱਲ ਸੁਣੋ, ਮੇਰੀ ਗੱਲ ਸੁਣੋ। ਜਿਹੜਾ ਮੈਂ 100 ਮੁਲਾਜ਼ਮ ਰੱਖਿਆ ਹੈ, ਉਹ ਇਨਸਾਨ ਨਹੀਂ, ਕੋਈ ਚਾਈਨਾ ਦੇ ਬੰਦੇ ਨੇ। ਤੁਸੀਂ ਉਹ 100 ਮੁਲਾਜ਼ਮ ਨੂੰ ਬੰਦ ਮਾਰ ਕੇ ਦਿਹਾੜੀਆਂ ਦੇ ਰਹੇ ਹੋ। ਉਹ ਭਾਈਜਾਨ ਮੈਂ ਕਹਿੰਦਾ ਤੁਹਾਨੂੰ ਹੁਣ ਨਹੀਂ ਪਤਾ ਕਿ ਕਿੱਥੋਂ ਨਿਜ਼ਾਮ ਉਹਦਾ ਚੱਲ ਰਿਹਾ। ਉਹ ਭਾਜੀ ਇਹੀ ਤੇ ਅਸੀਂ ਗੱਲ ਕਰ ਰਹੇ ਹਾਂ। ਨਾਜ਼ਰੀਨ ਮੈਂ ਦੱਸਣਾ ਚਾਹ ਰਿਹਾ, ਮੈਂ ਤੁਹਾਨੂੰ ਮੁਕਤਸਰ ਜਿਹੜਾ ਮਸ਼ਹੂਰ ਮਾਰੂਫ ਜਿਹੜਾ ਸਾਡਾ ਪਾਕਿਸਤਾਨ ਦਾ ਸ਼ਹਿਰ ਹੈ ਲਾਹੌਰ, ਜਿਹੜਾ LDA ਦਾ ਇਲਾਕਾ ਹੈ, LDA ਦੇ ਅੰਡਰ ਆਉਂਦਾ ਹੈ, ਉਹਦੇ ਵਿੱਚ ਤਕਰੀਬਨ 350 ਮੈਰਿਜ ਹਾਲ ਔਰ ਮਾਰਕੀਆਂ ਨੇ, ਰਜਿਸਟਰਡ ਜਾਂ ਅਨਰਜਿਸਟਰਡ, ਉਹਦੇ ਵਿੱਚ ਕੁਝ ਇਲੀਗਲ ਵੀ। ਜਿਹੜਾ LDA ਨੇ ਫਹਿਰਿਸਤ ਜਾਰੀ ਕੀਤੀ ਹੈ 350 ਮਾਰਕੀ। ਐਵਰੇਜ ਅਗਰ ਨਾਜ਼ਰੀਨ 50 ਬੰਦੇ ਵੀ ਅਸੀਂ ਪਾਈਏ ਤੇ ਤਕਰੀਬਨ ਉਹ 17,500 ਬੰਦਾ ਬਣਦਾ ਹੈ, ਜਿਹੜਾ ਕਿ ਡੇਲੀ ਬੇਸ ਵਰਕ ਕਰੇ। ਉਹਨਾਂ ਨੇ ਫੰਕਸ਼ਨ ਕਰਨੇ ਤੇ ਦਿਹਾੜੀ ਲੈਣੀ ਹੈ, ਵਰਨਾ ਨਹੀਂ ਲੈਣੀ। ਔਰ ਪਿਛਲੇ 3 ਮਾਹ ਯਾਨੀ ਮਾਰਚ, ਅਪ੍ਰੈਲ ਤੇ ਮਈ ਜਿਹੜੇ ਕਿ ਕਰੋਨਾ ਦੀ ਨਜ਼ਰ ਔਰ ਲਾਕਡਾਊਨ ਦੀ ਨਜ਼ਰ ਹੋ ਗਏ ਨੇ, ਕੋਈ ਫੰਕਸ਼ਨ ਨਹੀਂ ਐਸਾ ਆਇਆ। ਔਰ ਉਹ 17,500 ਖਾਨਦਾਨ ਜਿਹੜਾ ਡਿਪੈਂਡ ਕਰਦਾ ਸੀ ਉਹਨਾਂ 17,500 ਲੋਕਾਂ ਤੇ, ਉਹ ਕਿਸ ਤਰ੍ਹਾਂ ਡਿਜ਼ਰਵ ਕਰ ਰਹੇ ਹੋਣਗੇ। ਸਾਡੇ ਪੱਲਿਓਂ ਜਾ ਰਹੇ ਨੇ, ਕਿਹਦਾ ਨੁਕਸਾਨ ਹੋ ਰਿਹਾ ਹੈ? ਸਾਡੇ ਪੱਲਿਓਂ ਜਾ ਰਹੇ ਜਿਹੜਾ 17,500 ਬੰਦਾ ਹੈ। ਇਹੋ ਤੇ ਮੈਂ ਗੱਲ ਕਰ ਰਿਹਾ ਕਿ ਉਹ ਪੈਸੇ ਅਸੀਂ ਦੇ ਰਹੇ ਹਾਂ, ਕੌਣ ਦੇ ਰਿਹਾ? ਤੁਸੀਂ ਦੇ ਕੇ ਕੋਈ ਇਹਸਾਨ ਕਰ, ਤੁਸੀਂ ਤੇ ਖਾਤੇ ਲਿਖ ਰਹੇ ਹੋ, ਕੱਲ ਨੂੰ ਕੰਮ ਕਰਕੇ ਕਰਵਾਣੇ ਨੇ, ਤੁਸੀਂ ਆਪਣੇ ਪੂਰੇ ਕਰ ਲੈਣੇ ਨੇ। ਭਾਈ ਖਾਤਾ ਕਿਹੜਾ ਹੋਰੇ? ਕਰੋਨਾ ਮੁੱਕਣਾ ਕਿ ਨਹੀਂ ਮੁੱਕਣਾ ਸਾਨੂੰ ਤਾਂ ਨਹੀਂ ਲੱਗ ਰਿਹਾ ਕਿ ਮੁੱਕ ਜਾਏਗਾ। ਜੀ ਸਾਹਿਬ ਕੰਟੀਨ ਬੰਦ ਹੋਣ ਤੋਂ ਬਾਅਦ ਜਿਹੜੇ ਤੁਸੀਂ ਖਾਬੇ ਲਾਦੇ ਸਾਓ, ਮਤਲਬ ਬੱਚਿਆਂ ਕੋਲੋਂ ਉਹਨੇ ਪੈਸੇ ਕਮਾਉਂਦੇ ਸਾਓ ਜੀ ਤੇ ਉਸ ਤੋਂ ਬਾਅਦ ਹੁਣ ਕੀ ਸੂਰਤ ਹਾਲ ਹੈ, ਕਿਵੇਂ ਚੱਲ ਰਿਹਾ? ਦੇਖੋ ਡਾਕਟਰ ਪਹਿਲੇ ਤੇ ਇੱਕ ਦਰੁਸਤਗੀ ਫਰਮਾ ਲਓ, ਜਿਸ ਤਰ੍ਹਾਂ ਭਾਈ ਵੀ ਕਹਿ ਰਹੇ ਨੇ ਕਿ ਸਾਡੀ ਵਜ੍ਹਾ ਤੋਂ ਹੈ। ਜੀ 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 ਸਾਡੀ ਵਜ੍ਹਾ ਤੋਂ ਕੀ ਹੈ? ਨਾਲੇ ਦੂਸਰਾ ਤੁਸੀਂ ਕਹਿ ਰਹੇ ਹੋ ਖਾਬੇ ਲਾ ਕੇ ਤੁਸੀਂ ਅੱਗ ਵੇਖਿਆ, ਉਹ ਅਸੀਂ ਜੀ ਸਾਡੇ ਵੀ ਬੰਦੇ ਆ, ਸਾਡੇ ਵੀ ਬੱਚੇ ਸਕੂਲਾਂ 'ਚ ਪੜ੍ਹਦੇ, ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ। ਠੀਕ ਹੈ, ਉਹਨਾਂ ਨੂੰ ਪੁੱਛੀ ਨਾ ਬੇਟਾ 50 ਰੁਪਏ ਲੈ ਕੇ ਸਾਨੂੰ ਕੀ ਲਿਆ ਸੀ? ਪਾਪਾ 50 की चॉकलेट ली थी। ठीक है, ਤੇ ਉਹ 50 ਦੀ ਚਾਕਲੇਟ ਸਾਨੂੰ ਵੀ ਪਤਾ ਹੈ ਕਿ ਉਹ 10-20 ਰੁਪਏ ਵਾਲੀ ਤੁਸੀਂ 50 ਦੀ ਵੇਚਦੇ ਹੋ। ਉਹ ਮੇਰਾ ਭਾਈ ਉਹ ਮੇਜ਼ਬਾਨ ਮੇਰੀ ਗੱਲ ਸੁਣ, ਸ਼ਾਇਦ ਤੇਰਾ ਇਲਮ ਨਹੀਂ, ਇਹ ਮੈਂ ਤੇਰੇ ਇੱਕ ਨਾਲੋਂ ਚ ਕਾਕਾ ਸਾਫਾ ਕਰਦੇ ਆ ਕੀ ਇਹਨਾਂ 'ਚ ਸਕੂਲਾਂ ਵਾਲਿਆਂ 'ਚ ਤੇ ਕੰਟੀਨ ਵਾਲਿਆਂ 'ਚ ਤੇ ਡਾਕਟਰਾਂ ਦੇ ਹਸਪਤਾਲਾਂ 'ਚ ਕੋਈ ਫਰਕ ਨਹੀਂ। ਹੁਣ ਉਹ ਪੁੱਛੋ ਕਿਵੇਂ? ਕਿਸ ਤਰ੍ਹਾਂ ਜਨਾਬ? ਬਾਈ ਤੁਸੀਂ ਡਾਕਟਰ ਕੋਲ ਜਾਣਾ, ਹਾਂ, ਉੱਥੋਂ ਤੁਸੀਂ ਦਵਾਈ ਲਿਖਾਣੀ, और ਜਿਹੜੀ ਦਵਾਈ ਤੁਹਾਨੂੰ ਉਸ ਡਾਕਟਰ ਨੇ ਲਿਖ ਕੇ ਦੇਣੀ ਉਸੇ ਹਸਪਤਾਲ ਦੇ ਮੈਡੀਕਲ ਸਟੋਰ ਤੋਂ ਮਿਲਣੀ ਹੈ। ਠੀਕ ਹੈ, ਵਰਨਾ ਤੁਸੀਂ ਉਹਨੂੰ ਲੈ ਕੇ ਫਰੀ ਜਾਓ, ਕੋਈ ਮਾਈ ਦਾ ਲਾਲ ਨਹੀਂ ਜਿਹੜਾ ਤੁਹਾਨੂੰ ਪੜ੍ਹ ਕੇ ਵੀ ਸੁਣਾ ਦੇ ਇਹ ਦਵਾਈ ਕਿਹੜੀ ਹੈ। ਇਸ ਤਰ੍ਹਾਂ ਹੀ ਇਹਨਾਂ ਦਾ ਬੇੜਾ ਗਰਕ ਹੋਇਆ। ਉਹ ਭਾਈ ਜਿਹੜਾ ਸਿਲੇਬਸ ਇਹਨਾਂ ਲਿਖ ਦੇਣਾ, ਉਹ ਸਿਲੇਬਸ ਹੀ ਕਹਿੰਦੇ ਨੇ ਉਹਨੂੰ। ਜੀ ਜੀ, ਕਿਤਾਬਾਂ ਜਿਹੜੀਆਂ ਇਹਨਾਂ ਲਿਖ ਦੇਣੀਆਂ, ਉਹ ਬਾਜ਼ਾਰ 'ਚ ਲੱਗੇ ਫਿਰ ਉਹ ਕੋਈ ਨਹੀਂ ਜਨਾਬ। ਉਹ ਮੈਂ ਕਹਿੰਦਾ ਮੈਂ ਆਪਣਾ ਬੇਟਾ ਅਗਲੇ ਦਿਨ ਛੋਟਾ ਜਿਹਾ ਮਤਲਬ ਮੈਂ ਉਹ ਕਰਾਇਆ ਉੱਥੇ ਦਾਖਲ, ਤੇ ਉਹ ਕੀ ਉਹਨੂੰ ਕਹਿੰਦੇ ਨੇ ਐਡਮਿਸ਼ਨ ਜਿਹੜਾ ਦਵਾਈ ਦਾ, ਉਹ ਮੈਂ ਉਹਨੂੰ ਦਵਾ ਬੈਠਾ। ਉਹ ਬਈ ਉਹਦੀਆਂ ਕਿਤਾਬਾਂ 600 ਰੁਪਏ ਦੀਆਂ। ਉਹ ਮੇਰੀ ਗੱਲ ਸੁਣੋ, ਉਹ 600 ਨਾਲ ਤੇ ਬੰਦਾ ਆਪ ਘਰ ਬਹਿ ਕੇ ਤੇ ਬੱਚੇ ਨੂੰ ਪੜ੍ਹਾ ਲੈਂਦਾ ਜਿੰਨਾ ਕਿ ਇਹ ਪੜਾਉਂਦੇ ਹੁੰਦੇ ਨੇ। ਇਹ 2-3 ਸਾਲ ਦੇ ਵੈਸੇ ਨੂੰ ਲਵਾ ਦਿੰਦੇ ਨੇ। ਉਹ ਜਿਹੜੇ ਯੂਨੀਫਾਰਮ ਨੇ, ਮੈਂ ਤੁਹਾਨੂੰ ਗੱਲ ਇਹ ਦੱਸਣ ਲੱਗਾ, ਉਹ ਬਈ ਜਿਹੜੇ ਯੂਨੀਫਾਰਮ ਨੇ ਉਹ ਵੀ ਇਹਨਾਂ ਨੂੰ ਲੈਣੇ ਪੈਣੇ ਨੇ, ਮਜਬੂਰੀ ਇਹ ਹੈ। ਜੀ ਠੀਕ ਹੈ ਜੀ। ਹਾਲਾਂਕਿ ਇਹ ਕਰੋਨੇ ਦਾ ਹਿਸਾਬ ਜੇ, ਜਿਵੇਂ ਕਰੋਨੇ ਦੀਆਂ ਵਰਦੀਆਂ ਨਹੀਂ, ਮਤਲਬ ਕਿ ਉਹਨਾਂ ਨੇ ਜਿਹੜੀਆਂ ਚਿੱਟੀਆਂ ਜੀਆਂ ਵਰਦੀਆਂ ਪਾ ਕੇ ਇਹਨਾਂ ਨੇ ਜਿਹੜੀਆਂ ਪਾਈਆਂ ਹੁੰਦੀਆਂ, ਜਾਂ ਚੱਲਦੇ ਪਾਉਂਦੇ ਸੀ ਇਹ ਵਰਦੀਆਂ, ਤੇ ਜਾਂ ਜਨਾਬ ਇਹਨਾਂ ਨੇ ਕਰੋਨਾ ਵਾਲਿਆਂ ਨੇ ਪਾਈਆਂ। ਕਰੋਨੇ ਵੀ ਇਹ ਜਨਾਬ ਪਹਿਲੇ ਇਹਨਾਂ ਵਰਦੀਆਂ ਜਿਹੜੀਆਂ ਮੈਂ ਤੁਹਾਡੀ ਤਲਾਹ ਵਾਸਤੇ ਦੱਸਾਂ, ਇਹ ਜਨਾਬ 4-4 ਹਜ਼ਾਰ 5-5 ਹਜ਼ਾਰ 8-8 ਹਜ਼ਾਰ ਦੀ ਵਰਦੀ ਚਿੱਟੀ ਦਿੱਤੀ ਉਹਨਾਂ। ਇਹ ਫਿਰ ਲਾਹੌਰ 'ਚ ਇੱਕ ਬੰਦਾ ਸੀ, ਤੁਹਾਨੂੰ ਪਤਾ ਹੋਏਗਾ, ਜਿਹੜਾ ਪੀਜ਼ੇ ਦਾ ਕੰਮ ਕਰਦਾ ਸੀ। ਜੀ ਜੀ ਜੀ, ਉਸ ਬੰਦੇ ਨੇ ਫਿਰ ਇਹਦੀ ਐਵਰੇਜ ਕੱਢੀ, 199 ਰੁਪਏ ਦੀ ਵਰਦੀ ਤਿਆਰ ਹੋਈ। 199 ਰੁਪਏ ਦੀ। ਉਸ ਬੰਦੇ ਨੇ ਮੇਰਾ ਖਿਆਲ ਹੈ ਜੀ 50-60 ਹਜ਼ਾਰ ਜਿਹੜੀ ਵਰਦੀ ਹੈ, ਉਹ ਜਨਾਬ ਉਹਨੇ ਜਿਹੜੀ ਉਹ ਕੀ ਕਹਿੰਦੇ ਜੀ ਉਹ ਕਰ ਦਿੱਤੀ ਹੈ, ਡੋਨੇਟ ਕੀਤੀ ਹੈ। ਡੋਨੇਟ ਕਰ ਦਿੱਤੀ। ਮਤਲਬ ਕੀ ਮਨਾ ਹੁੰਦਾ ਇਹਦਾ ਬਲੱਡ ਡੋਨੇਟ ਦਾ? ਉਹ ਭਾਜੀ ਛੱਡ ਦਿਓ ਇਹਨਾਂ ਗੱਲਾਂ ਨੂੰ। ਸਲਾਈ ਕਿੱਥੇ ਪਹੁੰਚ ਗਈ ਹੈ ਹੁਣ? ਕਿ 199 ਸਲਾਈ ਲਾਉਣ ਦੀ ਨਾਲ ਦੇ ਮਹੱਲੇ ਪਿਛਲੀ ਗਲੀ 'ਚ ਆ ਗਈ ਸਲਾਈ। ਭਾਜੀ ਗਲੀ ਮਹੱਲੇ ਜਿਹੜਾ ਦਰਦੀ ਬੈਠਾ 500-600 ਰੁਪਏ ਤੇ ਉਹ ਲੈ ਰਿਹਾ, ਤੁਸੀਂ ਕਿਹੜੀ ਗੱਲ ਕਰ ਰਹੇ ਹੋ? ਇਸ ਤੋਂ ਪਹਿਲੇ ਕਿ ਮਿਰਜ਼ਾ ਸਾਹਿਬ ਤੇ ਮਲਕ ਸਾਹਿਬ ਆਪਸ ਵਿੱਚ ਗੁੱਥਮ ਗੁੱਥਾ ਹੋ ਜਾਣ, ਸਾਡੇ ਇੱਕ ਬੜੇ ਖਾਮੋਸ਼ ਕਿਰਦਾਰ ਲਾਸ਼ ਟਾਈਪ ਬੈਠੇ ਨੇ। ਇਹ ਮੇਰਾ ਖਿਆਲ ਹੈ ਇਸ ਟਾਈਮ ਨਾਜ਼ਰੀਨ ਸਭ ਤੋਂ ਮਜ਼ਲੂਮ ਤਬਕਾ ਹੈ ਸਾਡੇ ਪਾਕਿਸਤਾਨ ਦਾ,
ਔਰ ਇਹ ਫਨਕਾਰ ਨੇ। ਉਹ ਸਰ ਕਿਹੜਾ ਮਜ਼ਲੂਮ ਹੈ ਜਿਹੋ ਜੀ ਤੁਸੀਂ ਸਾਨੂੰ ਸ਼ਕਲ ਵਹਾਤੀ, ਸਾਡੀ ਰਾਤ ਦੀ ਰੋਟੀ ਹਰਾਮ ਹੋ ਗਈ ਹੈ। ਹੁਣ ਪਤਾ ਨਹੀਂ ਕੋਈ ਨੀਂਦਰ ਵੀ ਪੈਣੀ। ਕਰੋ ਗੱਲ ਕਰੋ ਉਹਨਾਂ ਨਾਲ, ਕੀ ਹੈ ਕੀ ਨੇ ਇਹ ਜਨਾਬ ਬੜੇ ਵੱਡੇ ਸਟਾਰ ਨੇ, ਸਟੇਜ ਆਰਟਿਸਟ ਨੇ, ਫਿਲਮ ਸਟਾਰ ਨੇ, ਫਿਲਮਾਂ 'ਚ ਕੰਮ ਕਰਦੇ ਨੇ। ਤੇ ਜਨਾਬ ਸਾਹਿਬ ਥੀਏਟਰ ਬੰਦ ਕਿਹੜੇ ਹੋ ਗਏ। ਸਟਾਰ ਨੇ? ਹਾਲਾਤ ਇਹਨਾਂ ਦੇ ਸੀਪਰ ਵਾਲੇ ਲੱਗ ਰਹੇ ਨੇ। ਬਈ ਗੁਰਬਤ ਭੁੱਖ ਹੀ ਇੰਨੀ ਪੈ ਗਈ, ਫਨਕਾਰ ਭੁੱਖ ਨਾਲ ਮਰ ਰਿਹਾ, ਤੁਸੀਂ ਕਹਿੰਦੇ ਹੋ ਮਤਲਬ ਜਿਹੜਾ ਉਹ। ਅੱਛਾ ਮੈਂ ਕਿ ਦਾੜੀ ਇਹਨਾਂ ਵੈਸੇ ਰੱਖੀ ਨੇ ਤੇ ਹਾਲਾਤ ਦੇ ਇੱਥੋਂ ਵਧੀ ਹੈ ਜੀ ਸੈਦਾਕਰ ਸਾਹਿਬ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਜੀ? ਕੀ ਇਹ ਤੁਹਾਡੀ ਜਿਹੜਾ ਇਹ ਰਾਏ ਵੀ ਮੌਜੂਦਾ ਹਾਲਾਤ ਤੇ ਥੀਏਟਰ ਬੰਦ ਹੋਣ ਤੇ? ਅੱਛਾ ਮੇਰੀ ਗੱਲ ਸੁਣੋ, ਇੰਜ ਜਿਵੇਂ ਬਾਂਦਰ ਸਟੈਂਡ ਤੇ ਲੱਗਾ ਹੁੰਦਾ ਇੰਜ ਨਾ ਬੈਠੋ, ਤੁਸੀਂ ਤਵੱਜੋ ਕਰੋ ਨਾਲ, ਤੁਹਾਡੇ ਨਾਲ ਗੱਲ ਕਰ ਰਹੇ ਨੇ। ਅੱਛਾ ਤੁਸੀਂ ਦੰਦ ਨਾ ਕੱਢੋ, ਮਤਲਬ ਤੁਹਾਡੀ ਕੋਈ ਸ਼ਕਲ ਏਡੀ ਸੋਹਣੀ ਨਹੀਂ। ਅੱਛਾ ਜੀ। ਹਾਂ ਤਾਂ ਮੈਂ ਉਹ ਗੱਲ ਕਰਨ ਲੱਗੀ, ਗੱਲ ਕਰੋ ਜੀ ਤੁਸੀਂ। ਭਾਜੀ ਅਸੀਂ ਅੱਗੇ ਪਰੇਸ਼ਾਨ ਆ, ਸਾਨੂੰ ਸਾਰ ਰਹੇ ਹੋ ਤੁਸੀਂ। ਉਹ ਸਿੱਧੇ ਅੱਗੇ ਮਰੇ ਪਏ ਆ। ਆਸਨ ਤੁਹਾਡੇ ਵੀ ਗੱਲ ਕਮਾਈਆਂ ਕਰ ਕਰਕੇ ਬੇੜੇ ਗਰਕ ਹੋ ਗਏ ਨੇ। ਅਸਲ ਤੇ ਮਤ ਇਹਨਾਂ ਦੀ ਵੱਜ ਗਈ ਹੈ। ਜਿਹੜੇ ਮਰੇ ਪਏ ਹੁੰਦੇ ਨੇ ਨਾ ਭਾਜੀ, ਜੀ। ਉਹ ਇੰਜ ਦੇ ਹੁੰਦੇ ਨੇ। ਆ ਮਰਿਆ ਜੀ ਡਾਕਟਰ ਸਾਹਿਬ ਭਾਈ। ਬਿਸਮਿल्लाहिर्रहमानिर्रहीम। ਪਹਿਲੀ ਗੱਲ ਤੇ ਜੀ ਮੈਂ ਇਹੋ ਜਿਹੇ ਪ੍ਰੋਗਰਾਮ ਦੇ ਵਿੱਚ ਕਿਸੇ ਕਿਸਮ ਦੀ ਕੋਈ ਗੁਫ਼ਤਗੂ ਕਰਨਾ ਨਹੀਂ ਚਾਹੁੰਦਾ। ਕਿਹੋ ਜਿਹੇ ਪ੍ਰੋਗਰਾਮ? ਆ ਤੁਸੀਂ ਸਾਰੇ ਬੋਲ ਰਹੇ ਹੋ ਤੇ ਮੈਂ ਨਹੀਂ ਸਾਂ ਬੋਲ ਰਿਹਾ, ਮੈਨੂੰ ਮਜਬੂਰ ਕਰਕੇ ਤੁਸੀਂ ਬੁਲਾਇਆ। ਜੀ ਮੈਂ ਬੋਲਣਾ ਨਹੀਂ ਚਾਹ ਰਿਹਾ। ਹਲ ਕਿਉਂ ਜੀ? ਵਜ੍ਹਾ ਪਹਿਲੀ ਗੱਲ ਤੇ ਕਿ ਤੁਸੀਂ ਚੈਨਲ ਬਣਾ ਕੇ ਤੁਸੀਂ ਮੇਜ਼ਬਾਨ ਬੈਠੇ ਹੋ, ਤੁਸੀਂ ਜੀ ਸਾਡੇ ਸਵਾਲ ਜਵਾਬ ਕਰ ਰਹੇ ਹੋ। ਅਲਹਮਦੁਲਿਲਾ। ਹਕੀਕੀ ਤੌਰ ਤੇ ਵੇਖਿਆ ਜਾਏ ਤੇ ਤੁਸੀਂ ਚੈਨਲ ਵਾਲੇ ਨਹੀਂ, ਕਾਹਦੇ ਵਾਲੇ ਅਸੀਂ ਮਾਮਾਲੇ ਤੁਸੀਂ ਉਹ ਮਦਾਰੀਗਰ। ਲਓ ਮਦਾਰੀਗਰ ਹੈ ਆ ਤੇ ਰਿਚ ਬਾਏ ਆ ਨਾ ਜੀ। ਤੁਸੀਂ ਰਿਚ ਬਾਇਆ ਇਹ ਤੇ ਤੁਹਾਡੇ ਵਿੱਚ ਸਭ ਤੋਂ ਵੱਡੀ ਜਿਹੜੀ ਨਾ ਤੁਹਾਡੇ ਵਿੱਚ ਕੰਮ ਅਗਲੀ ਕੀ ਹੈ ਕੀ? ਤੁਹਾਡੇ ਵਿੱਚ ਸਭ ਤੋਂ ਵੱਡੀ ਬੇਵਕੂਫੀ ਕੀ ਹੈ ਕਿ ਤੁਸੀਂ ਚੰਗੇ ਭਲੇ ਇਨਸਾਨ ਨੂੰ ਤੁਸੀਂ ਜਾਨਵਰ ਨਾਲ ਲਾ ਦਿੰਦੇ ਹੋ, ਬਲਕਿ ਤੁਸੀਂ ਕੋਸ਼ਿਸ਼ ਕਰਕੇ ਇਨਸਾਨ ਨੂੰ ਉੱਥੋਂ ਤੱਕ ਲੈ ਆਉਂਦੇ ਹੋ ਕਿ ਇਨਸਾਨ ਜਿਹੜਾ ਨਾ ਜਾਨਵਰ ਬਣਨ ਦੇ ਮਜਬੂਰ ਹੈ। ਅੱਛਾ ਇਹ ਲੈਕਚਰ ਕਦੇ ਬਾਅਦ ਚ ਹੋਏਗਾ ਕਿ ਜਿਹੜਾ ਸਵਾਲ ਬੁਨਿਆਦੀ ਹੈ। ਇਹ ਸਵਾਲ ਬੁਨਿਆਦੀ ਭਾਈ ਸਾਹਿਬ, ਇਹ ਸਵਾਲ ਬੁਨਿਆਦੀ ਨਹੀਂ। ਇਹ ਕੋਈ ਨਹੀਂ ਬੁਨਿਆਦੀ। ਤੁਸੀਂ ਚੰਗੇ ਭਲੇ ਇਨਸਾਨ ਨੇ, ਇਨਸਾਨਾਂ ਦੀ ਤੁਸੀਂ ਖੱਚ ਮਾਰ ਰਹੇ ਹੋ। ਤੁਹਾਨੂੰ ਜਨਾਬ ਤੁਹਾਨੂੰ ਇਨਸਾਨ ਸੈਂਸ ਹੀ ਨਹੀਂ, ਤੁਹਾਨੂੰ ਸ਼ਊਰ ਹੀ ਨਹੀਂ। ਤੁਹਾਨੂੰ ਇਨਸਾਨ ਇੱਕ ਸਮਝ ਕੇ ਬਣਾਇਆ। ਸੋਭਾ- ਚਾਰ ਦਫਾ ਸਾਈਂ ਜ਼ਾਤਰ ਸਾਫ਼ ਕਰਕੇ ਬੁਲਾਇਆ, ਤੁਸੀਂ ਬੋਲਣ ਨੂੰ ਤਿਆਰ ਨਹੀਂ। ਉਹ ਤੁਸੀਂ ਤੁਹਾਨੂੰ ਬਾਂਦਰ ਆ ਗਿਆ ਹੈ ਬੋਲ ਪਏ ਹੋ। ਤੁਸੀਂ ਇੱਕ ਸੋਪਰ ਆਦਮੀ, ਤੁਸੀਂ ਵੀ ਸ਼ਰਮ ਕਰੋ। ਵੇਖੋ ਕਿਸੇ ਨੂੰ ਮੇਰੀ ਗੱਲ ਸੁਣੋ, ਬੁੱਝ ਲੈਣਾ ਚੰਗਾ ਨਹੀਂ ਹੁੰਦਾ। ਚਲੋ ਤੁਸੀਂ ਗੱਲ ਕਰੋ, ਪਰ ਹਾਲੇ ਇਹ ਕਿ ਤੁਸੀਂ ਇੱਕ ਸੋਪਰ ਆਦਮੀ, ਤੁਸੀਂ ਇੱਕ ਹਸਾਸ ਲੋਕ ਜਿਹੜੇ ਨੇ ਜੀ ਮੈਂ ਸੋਬਰ ਆ ਰਹਾ ਇਸ ਮੁਲਕ ਦੇ ਨਹੀਂ। ਤੁਸੀਂ ਸੋਪਰ ਜਿੱਥੇ ਤੁਹਾਡੀ ਸ਼ਕਲ ਹੀ ਨਹੀਂ ਸੋਪਰ ਵਾਲੀ। ਮੈਂ ਆਪਣੀ ਗੱਲ ਕਰ ਅੱਛਾ ਰਿਹਾ। ਆਪਣੀ ਗੱਲ ਕਰ। ਅਸੀਂ ਹਸਾਸ ਲੋਕ ਹਾਂ, ਅਸੀਂ ਫਨਕਾਰ ਲੋਕ ਹਾਂ। ਪਹਿਲੀ ਗੱਲ ਤੇ ਵੀ ਕਿ ਤੁਹਾਨੂੰ ਇਹ ਸੈਂਸ ਹੀ ਨਹੀਂ ਕਿ ਫਨਕਾਰ ਚੀਜ਼ ਕੀ ਹੈ। ਜੀ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ। ਫਨਕਾਰਾਂ ਦੇ ਨਾਲ ਅੱਛਾ ਤੁਸੀਂ ਮੈਂ ਮਜ਼ਾਕ ਕਰ ਰਹੇ ਹੋ ਜੀ। ਕੱਟ ਸਕਣਾ ਇੱਕ ਮਿੰਟ? ਭਾਈ ਸਾਹਿਬ ਕੀ ਕਰ ਸਕਦੇ ਹੋ? ਗੱਲ ਤੁਹਾਡੀ ਨੂੰ ਮੈਂ ਕੱਟ ਕਸਾ ਗੁਲਾਮੀ ਕਿਉਂ ਕਰ ਕਰ ਸਕਦੇ ਹੋ? ਭਾਈ ਸਾਹਿਬ ਤੁਸੀਂ ਗੱਲ ਨਾ ਕੱਟੋ। ਨਹੀਂ ਮੈਨੂੰ ਉਹ ਗੱਲ ਤੁਸੀਂ ਤਾਂ ਸੁਣਨੀ। ਮੂੰਹ ਖੋਲੋ, ਪੂਰਾ ਬੰਦਾ ਖਾ ਜਾਂਦਾ ਗੱਲ ਤੇ ਭਾਈ ਜਾਂਦੀ ਕਿ ਨਹੀਂ। ਮੈਂ ਸਿਰਫ ਤੁਹਾਨੂੰ ਹੀ ਦੱਸਣਾ ਚਾਹ ਰਿਹਾ ਕਿ ਹਾਂਜੀ। ਪਹਿਲੇ ਜਿਹੜੇ ਸਮਾਂ ਅੱਛਾ ਅਦਰ ਇਹ ਤੁਹਾਡੇ ਨਾਲ ਇਹ ਸੈਂਸੇਬਲ ਲੋਕ ਨੇ, ਇਹ ਸੈਂਸੇਬਲ ਲੋਕ ਨੇ ਸਾਡੇ ਨਾਜ਼ਰੀ। ਮੈਂ ਜ਼ਾਕਰ ਸਾਹਿਬ ਮੈਂ ਇਸ ਚੈਨਲ ਦੀ ਵਿਸਾਦਤ ਦੇ ਨਾਲ ਸਿਰਫ ਇੱਕ ਬਾਤ ਕਰਨਾ ਚਾਹ ਰਿਹਾ। ਸਾਡੇ ਵਿੱਚ ਸਭ ਤੋਂ ਨਹੀਂ ਅਸੀਂ ਖੁਰਦ ਕਰਨ ਆਏ ਹਾਂ। ਸਾਡੇ ਵਿੱਚ ਸਭ ਤੋਂ ਦੀ ਘਟੀਆ ਤਰੀਨ ਜਿਹੜੀ ਸਾਡੇ ਵਿੱਚ ਹਰਕਤ ਹੈ ਨਾ, ਉਹ ਸਿਰਫ ਹੈ ਹੀ ਐਸੇ ਲੋਕ ਅਸੀਂ ਜਦੋਂ ਮਜਬੂਰ ਹੁੰਦੇ ਆ, ਅਸੀਂ ਜਦੋਂ ਪਰੇਸ਼ਾਨ ਹੁੰਦੇ ਆ। ਬਾਹਰ ਦੇ ਮੁਲਕਾਂ ਦੇ ਤੁਸੀਂ ਇਤਜਾਜ ਵੇਖੋ, ਯੂਰਪੀਅਨ ਜਿੰਨਾ ਸਾਰਾ ਨਿਜ਼ਾਮ ਹੈ, ਤੁਸੀਂ ਉਹਨਾਂ ਦੇ ਇਤਜਾਜ ਵੇਖੋ। ਜਿਸ ਵਕਤ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ, ਜਿਸ ਰੋਡ ਦੇ ਉੱਤੇ ਨਿਕਲਦੇ ਨੇ ਨਾ, ਉਹਨਾਂ ਦੇ ਮੂੰਹਾਂ ਦੇ ਉਹਨਾਂ ਦੇ ਐਕਸਪ੍ਰੈਸ਼ਨ ਤੁਸੀਂ ਨੋਟ ਕਰਿਆ ਕਰੋ ਕਿ ਕਿਸ ਤਰ੍ਹਾਂ ਉਹਨਾਂ ਦੇ ਚਿਹਰਿਆਂ ਦੇ ਉੱਤੇ ਉਹਨਾਂ ਦੀ ਪਰੇਸ਼ਾਨੀ ਛਲਕਦੀ ਹੁੰਦੀ ਹੈ। ਸਾਡੇ ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ ਏਸ਼ੀਆ ਨਿਜ਼ਾਮ ਦੇ ਵਿੱਚ ਜਿਹੜੇ ਲੋਕ ਨੇ ਨਾ, ਐਸੇ ਲੋਕ ਪਰੇਸ਼ਾਨੀ ਦੇ ਵਿੱਚ ਬੰਦਾ ਸਾਨੂੰ ਤੁਸੀਂ ਕਿਹਾ ਐਕਟਰ ਪਰੇਸ਼ਾਨੀ ਦੇ ਵਿੱਚ ਬੰਦਾ ਹੱਸਦਾ ਕਿ ਪਰੇਸ਼ਾਨੀ ਦੇ ਵਿੱਚ ਬੰਦਾ ਦੰਦ ਕੱਢਦਾ। ਸਭ ਤੋਂ ਪਹਿਲੀ ਗੱਲ ਤੇਰੀ ਗੱਲ ਬਿਜਲੀ ਬੰਦ ਹੁੰਦੀ ਹੈ। ਉਹ ਮੇਰੀ ਗੱਲ ਸੁਣੋ ਭਾਈ ਸਾਹਿਬ, ਲੋਡ ਸ਼ੇਡਿੰਗ ਹੁੰਦੀ ਹੈ। ਲੋਡ ਸ਼ੇਡਿੰਗ ਦੇ ਵਿੱਚ ਪਰੇਸ਼ਾਨੀ ਦੀ ਹਾਲਤ ਦੇ ਵਿੱਚ ਤੁਸੀਂ ਸੜਕਾਂ ਤੇ ਨਿਕਲਦੇ ਹੋ, ਤੁਸੀਂ ਇਤਜਾਜ ਕਰਦੇ ਹੋ। ਤੁਸੀਂ ਇਤਜਾਜ ਕਰਨ ਦੀ ਬਜਾਏ ਤੁਸੀਂ ਆਪਣਾ ਤਮਾਸ਼ਾ ਆਪ ਬਣਾ ਲੈਂਦੇ ਹੋ। ਅੱਛਾ ਮੇਰੀ ਗੱਲ ਸੁਣੋ, ਤੁਸੀਂ ਮੈਂ ਤੁਹਾਨੂੰ ਅੱਗੇ ਵੀ ਗੁਜ਼ਾਰਿਸ਼ ਕੀਤੀ ਹੈ ਲੋਕਾਂ ਦੇ ਚਾਰਟ ਫੜੇ ਜਿਹੜਾ ਅਸਲ ਇਸ਼ੂ ਸ਼ਰਮ ਨਹੀਂ ਆਉਂਦੀ। ਜਿਹੜਾ ਅਸਲ ਇਸ਼ੂ ਤੁਹਾਡੇ ਕੋਲ ਪੁੱਛ ਰਹੇ ਹਾਂ ਕਿ ਤੁਸੀਂ ਉਸ ਤੇ ਆ ਜਾਓ, ਤੁਹਾਡੀ ਮਿਹਰਬਾਨੀ। ਇੰਨਾ ਲੰਮਾ ਟਾਈਮ ਨਹੀਂ ਹੁੰਦਾ, ਮੁਕਤਸਰ ਜਿਹਾ ਪ੍ਰੋਗਰਾਮ ਹੁੰਦਾ ਹੈ। ਲਾਕਡਾਊਨ ਰਸਤੇ ਬੰਦ ਹੋ ਜਾਣੇ ਨੇ, ਮੈਂ ਵਾਪਸ ਘਰ ਵੀ ਜਾਣਾ ਹੈ। ਅੱਛਾ ਮੋਹਤਰਮ ਮੈਂ ਕਹਿ ਰਿਹਾ ਥੀਏਟਰ ਬੰਦ ਹੋਣ ਦੀ ਵਜ੍ਹਾ ਤੋਂ, ਫਿਲਮ ਦਾ ਜਿਹੜਾ ਮੀਡੀਅਮ ਇਹ ਬੰਦ ਹੋਣ ਦੀ ਵਜ੍ਹਾ ਤੋਂ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ, ਹਾਲਾਤ कैसे ਚੱਲ ਰਹੇ ਨੇ, ਗਵਰਨਮੈਂਟ ਦੀ ਇਮਦਾਦ ਪਹੁੰਚੀ ਹੈ, ਕੀ ਸੂਰਤ ਹਾਲ ਹੈ, ਇਹ ਦੱਸੋ ਜਰਾ। ਇਮਦਾਦ ਪਹੁੰਚੀ
ਜੀ ਪੁੱਛ ਰਹੇ ਆ ਕਿ ਪਹੁੰਚੀ ਹੈ ਜਾਂ ਨਹੀਂ। ਭਾਈ ਸਾਹਿਬ ਪਹਿਲੀ ਗੱਲ ਤੇ ਵੇ ਕਿ ਮੈਂ ਇਹ ਜਿਹੜਾ ਬਣਾਇਆ ਇਹਨਾਂ ਦਾ ਸਿਸਟਮ ਹੈ ਨਾ ਜੀ ਮੈਂ ਇਹਦੇ ਨਾਲ ਕਤਨ ਐਗਰੀ ਨਹੀਂ ਕਰਦਾ ਨਾ ਕਰੋ। ਇਸ ਗੱਲ ਵਾਸਤੇ ਕਿ ਇਹਨਾਂ ਨੇ ਇਹ ਜਿਹੜਾ ਪਿੱਛੇ ਅਹਿਸਾਸ ਪ੍ਰੋਗਰਾਮ ਚੱਲਿਆ ਨਾ ਭਾਜੀ, ਜੀ ਜੀ ਇਹਦੇ ਵਿੱਚ ਭਲੇ ਵਾਸਤੇ ਲੋਕਾਂ ਦੇ ਵਾਸਤੇ ਇੱਕ ਪ੍ਰੋਗਰਾਮ ਚਲਾਇਆ ਗਿਆ, ਬਿਲਕੁਲ ਲੇਕਿਨ ਹੱਕਦਾਰਾਂ ਦਾ ਹੱਕ ਅੱਜ ਵੀ ਨਹੀਂ ਪਹੁੰਚਿਆ। ਠੀਕ ਹੈ। ਅੱਜ ਵੀ ਹੱਕਦਾਰ ਜਿਹੜੇ ਨੇ ਨਾ ਉਹ ਮੂੰਹ ਖੜੇ ਕਰਕੇ ਨਾ ਸਮਾਨਾਂ ਵਾਲਾ ਬਲਕਿ ਹਕੂਮਤਾਂ ਵਾਲੇ ਜਿਹੜੇ ਉੱਤੇ ਸਾਡੇ ਹੁਕਮਰਾਨ ਬੈਠੇ ਨੇ ਉਹਨਾਂ ਵੱਲ ਨਜ਼ਰਾਂ ਲਾ ਕੇ ਤੇ ਉਮੀਦਾਂ ਦੀ ਨਾ ਇੱਕ ਲੰਬੀ ਕਤਾਰ ਲਾ ਕੇ ਨਾ ਇੱਕ ਲੰਬੀ ਸਾਰੀ ਲੜੀ ਲੈ ਕੇ ਤਾਂ ਅੱਜ ਵੀ ਉਸੇ ਤਰ੍ਹਾਂ ਖਲੋਤੇ ਨੇ ਕਿ ਸ਼ਾਇਦ ਸਾਡੀ ਸੁਣੀ ਜਾਏ, ਸ਼ਾਇਦ ਸਾਡੀ ਦੇਖੀ ਜਾਏ। ਮਾਈਂਡ ਨਾ ਕਰਨਾ ਆਰਟਿਸਟ ਹਜ਼ਰਾਤ ਨੇ ਮੈਂ ਭਾਈਜਾਨ ਮੈਂ ਤੁਹਾਨੂੰ ਭਾਈ ਸਾਹਿਬ ਮੇਰੀ ਸਾਰੇ ਗੱਲ ਸ਼ੋਭੇ ਦੀ ਗੱਲ ਨਾ ਤੁਹਾਡੇ ਬੇੜੇ ਖੜੇ ਹੋਏ ਉਹ ਨੇ। ਵੇਲੇ ਤੁਹਾਡੇ ਘਰ ਕੋਏ ਤੁਸੀਂ ਸਾਰੇ ਮੁਲਕ ਨੂੰ ਲੁੱਟ ਕੇ ਖਾ ਕੇ ਤੁਹਾਨੂੰ ਸ਼ਰਮ ਆਈ ਨਹੀਂ। ਪਹਿਲਾਂ ਕੀ ਇਹ ਹੋਇਆ ਸੀ? ਜਦੋਂ ਜਿਹੜੇ ਲੋਕ ਜੋ ਦੇਖੋ ਲੋਕ ਤੁਹਾਡੇ ਤੇ ਡਿਪੈਂਡ ਕਰਕੇ ਤੁਹਾਡੇ ਹੀ ਮੈਰਿਜ ਹਾਲਾਂ ਦੇ ਵਿੱਚ ਜਿਸ ਵਕਤ ਅਰੇਂਜ ਕਰਦੇ ਨੇ, ਹਾਂਜੀ ਤੁਸੀਂ ਮੈਨੂੰ ਇਹ ਦੱਸੋ ਕਿਹੜੀ ਐਸੀ ਜਗ੍ਹਾ, ਕਿਹੜੀ ਐਸੀ ਡਿਸ਼ ਜਾਂ ਕਿਹੜਾ ਐਸਾ ਕਿਚਨ ਹੈ ਜਿਹਦੇ ਵਿੱਚ ਇੱਕ ਬੰਦਾ ਵਾਹਿਦ ਇੱਕ ਬੰਦਾ 2 ਰੋਟੀਆਂ ਖਾਣ ਵਾਲਾ, ਉਹ ਯਾਰ ਅਰੰਦਾ ਗੋਸ਼ਤ ਤੋਂ ਬਿਨਾਂ ਉਹ ਵੀ ਪੰਜੀ ਸੋਚ ਨਹੀਂ ਬਣਦਾ। ਉਹ ਤੁਹਾਨੂੰ ਜ਼ਰਾ ਖੁਦਾ ਦਾ ਖੌਫ ਨਹੀਂ? ਉਹ ਭਾਈ ਤੁਸੀਂ 500 ਰੁਪਇਆ ਤੁਸੀਂ ਬੰਦੇ ਦਾ ਲੈਂਦੇ ਤੁਹਾਨੂੰ ਤੁਸੀਂ ਮੇਰੀ ਗੱਲ ਸੁਣੋ, ਮੈਂ ਤੁਹਾਡੇ ਸ਼ੋਅ ਚ ਆਇਆ, ਤੁਸੀਂ ਮੇਰੇ ਕੋ ਸਟੇਟਸ ਦਾ ਕੋਈ ਬਿਜ਼ਨਸਮੈਨ ਬੰਦਾ ਬੁਲਾਓ, ਤੁਸੀਂ ਬੰਦਾ ਹੀ ਉਹ ਬੁਲਾ ਲਿਆ ਜਿਹਨੇ ਅਜੇ ਤੱਕ ਚੰਗੀ ਰੋਟੀ ਨਹੀਂ ਖਾਧਾ। ਰੋਜ਼ ਸਟਾਰ ਮੇਰੀ ਗੱਲ ਸੁਣੋ, ਅਸੀਂ ਸਾਡੇ ਕੋਲ ਲੋਕ ਅੱਛੇ ਫੰਕਸ਼ਨ ਜਿਹੜੇ ਲੱਗਦੇ ਨੇ, ਅਸੀਂ 2500 ਰੁਪਏ ਜਿਹੜਾ ਲੈਨੇ ਆ, ਅਸੀਂ ਉਹਦੇ ਚ 10-10 ਡਿਸ਼ਾਂ ਦਿੰਦੇ ਆ ਮੇਰੇ ਭਾਈ। ਉਹ ਖਾਲੀ ਹਰ ਤਰ੍ਹਾਂ ਦਾ ਗੋਸ਼ਤ ਹੁੰਦਾ, ਹਰ ਤਰ੍ਹਾਂ ਦੇ ਕਬਾਬ ਹੁੰਦੇ ਨੇ, ਟਿੱਕੇ ਹੁੰਦੇ ਨੇ, ਬਿਰਿਆਨੀ ਹੁੰਦੀ ਏ ਮੇਰੇ ਭਾਈ, ਜਿਹੜੀਆਂ ਸਵੀਟ ਡਿਸ਼ਾਂ ਨੇ ਹੁੰਦੀਆਂ ਨੇ ਨਾਲ। ਉਹ ਟਿੱਕੇ ਨਹੀਂ ਉਹ ਭਾਈ, ਟਿੱਕੇ ਹੁੰਦੇ ਨੇ ਟਿੱਕੇ। ਹਰ ਬੰਦਾ ਆਪਣੀ ਰੋਟੀ ਵਾਸਤੇ ਦੂਸਰੇ ਨੂੰ ਟਿੱਕਾ ਮਾਰ ਕੇ ਸੁਣ ਗਿਆ। ਅੱਛਾ ਇਹ ਬੜਾ ਕਿਹੜਾ ਬੰਦਾ ਹੈ ਜੀ ਕਿਵੇਂ ਲੋਗੇ ਤੁਸੀਂ? ਇਹ ਸ਼ਾਦੀਆਂ ਤੇ ਜਿਹੜੇ ਬੰਦੇ ਬਾਹਰ ਖਲੋਕ ਨਹੀਂ ਕਹਿੰਦੇ ਇਹ ਹਾਜੀ ਸਾਹਿਬ ਤੁਹਾਡੀ ਮਿਹਰਬਾਨੀ ਹੈ, ਇਹਨਾਂ ਤਾਂ ਟਿੱਕੇ ਵੱਜਦੇ ਨੇ। ਉਹ ਪਿੱਛੇ ਹਟ ਕੇ ਯਾਰ ਇੱਕ ਮਿੰਟ ਬਰਾਤ, ਭਾਈ ਗੱਲ ਵੀ ਹੱਕ ਵੀ ਇਹ ਹੀ ਹੈ ਕਿ ਜਿਹੜੀ ਬਰਾਤ ਆਈ ਹੈ ਉਹ ਦੂਸਰੇ ਸ਼ਹਿਰ ਚੋਂ ਆਈ ਲੋ ਤੁਹਾਡੀ ਇਸ ਗੱਲ ਨੂੰ ਹਿਸਾਬ ਲੈ, ਤੁਸੀਂ ਵਾਕਈ ਬਿਜ਼ਨਸਮੈਨ ਹੋ। ਮੇਰੀ ਗੱਲ ਦੀ ਕਾਫੀ ਅੱਛੀ ਕਰਦੇ ਹੋ ਤੁਸੀਂ। ਇੱਕ ਗਰੀਬ ਆਦਮੀ ਦੇ ਨਾਲ ਤੁਸੀਂ ਮੇਰਾ ਮੱਥਾ ਲਵਾ ਦਿੱਤਾ ਹੈ। ਭਾਈ ਗਰੀਬ ਆਦਮੀ ਕਰੋਨੇ ਦੀ ਕਿੱਥੋਂ ਖਾਏਗਾ? ਇਹ ਤਾਂ ਸਵਾਲ ਕਰ ਰਹੇ ਆ ਨਾਜ਼ਰੀਨ। ਮੈਂ ਤੁਹਾਨੂੰ ਦੱਸ ਰਿਹਾ ਪਹਿਲਾਂ ਇੱਕ ਗੱਲ ਦੱਸੋ ਭਾਈ ਸਾਹਿਬ, ਇਹ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ। ਇੱਕ ਬੰਦਾ ਤੁਸੀਂ ਕੰਟੀਨ ਵਾਲਾ ਬੁਲਾ ਰਹੇ ਆ, ਦੂਜਾ ਬੰਦਾ ਤੁਸੀਂ ਉਹ ਬੁਲਾ ਰਹੇ ਆ। ਮਤਲਬ ਮੇਰੀ ਗੱਲ ਸੁਣੋ, ਭਾਈ ਦੀ ਸ਼ਕਲ ਵੇਖੋ ਗੌਰ ਨਾਲ। ਵੇਖ ਲਈ ਕਿਤਨਾ ਪੁਰਾਣੇ ਵਕਤ 'ਚ ਅੱਲਾ ਝੂਠ ਨਾ ਬੁਲਾਏ, ਇਹਨਾਂ ਦੇ ਨਾਲ ਦੇ ਮੂੰਹ ਜਿਹੜੇ ਨਾ ਜਨਾਬ ਇਹ ਖੰਭਿਆਂ ਦੇ ਨਾਲ ਉਹਨਾਂ ਲਾਏ ਹੁੰਦੇ ਸਨ, ਉੱਤੇ ਲਿਖਿਆ ਹੁੰਦਾ ਸੀ ਕੂੜਾ ਇਸ ਵਿੱਚ ਡਾਲੇ। ਇਹ ਹੁਣ ਭਾਈ ਵੀ ਇਹਨਾਂ ਦੀ ਮਤਲਬ ਇਹਨਾਂ ਮੂੰਹ ਵੇਖ ਕੇ ਸੀ ਹੱਸੀਏ ਨਾ। ਮਿਰਜ਼ਾ ਇਕਬਾਲ ਬੇਗ ਸਾਹਿਬ ਤੁਹਾਡੀ ਮਿਹਰਬਾਨੀ ਹੈ, ਤੁਸੀਂ ਕਿਸੇ ਦੀ ਸ਼ਖਸੀਅਤ ਤੇ ਜਾਂ ਚਿਹਰੇ ਤੇ ਜਾਂ ਤੁਸੀਂ ਹਮਲਾ ਨਾ ਕਰੋ। ਮੈਂ ਨਾਜ਼ਰੀਨ ਦੱਸਣਾ ਚਾਹ ਰਿਹਾ ਸਾਂ, ਇਹ ਨਾ ਮਿਰਜ਼ਾ ਨੇ ਨਾ ਇਕਬਾਲ ਨੇ ਨਾ ਬੇਗ ਨੇ, ਇਹ ਸਿਰਫ ਸਾਹਿਬ ਨੇ। ਪੰਜਾਬ ਇਹ ਸਾਹਿਬ ਪਤਾ ਨਹੀਂ ਕਿਹੜੇ ਨੇ ਭਾਈਜਾਨ ਮੇਰੀ ਉਹ ਗੱਲ ਲੋਕ ਸੁਣੋ। ਕਹਿੰਦੇ ਨਾ ਓਏ ਸਾਹਿਬ ਇਹ ਕੂੜਾ ਕਰ ਚੁੱਕਿਆ ਤੂੰ। ਉਹ ਮੇਰੇ ਭਾਈ ਗੱਲ ਸੁਣੋ, ਸੱਲਣਾ ਕੁੱਤਾ ਹੁੰਦਾ ਹੈ। ਮੇਰੀ ਗੱਲ ਸੁਣੋ, ਮੈਂ ਤੁਹਾਡਾ ਇਤਰਾਮ ਕਰ ਰਿਹਾ। ਨਹੀਂ ਕੁੱਤਾ ਰੱਸੀ ਵਾਲਾ ਹੁੰਦਾ ਮੇਰੀ ਗੱਲ ਦੀ ਸਮਝ ਆਈ? ਹਾਂਜੀ, ਬਲਕਿ ਲੜਾਈ ਵਾਲਾ ਹੁੰਦਾ। ਇਹ ਤੁਸੀਂ ਮੇਰੀ ਨਾ ਗੱਲ ਧੱਕੇ ਨਾਲ ਲੜਾਈ ਕਰੀ ਹੁੰਦਾ। ਇਨਸਾਨਾਂ ਦੀ ਤਾਂ ਕੋਈ ਗੱਲ ਹੈ ਪੱਠੇ ਨੂੰ ਜਿਹੜਾ ਬਣਾ ਕੋਈ ਇਨਸਾਨ ਨੂੰ ਮਾਰ ਕੇ ਲੜਾਈ ਜਾਵੇ। ਜੀ ਨਾਜ਼ਰੀਨ ਜੀ ਇਹ ਗੱਲ ਤੋਂ ਕਿਹਾ ਸੀ ਨਾ ਕਿ ਤੁਸੀਂ ਇਨਸਾਨਾਂ ਨੂੰ ਇੱਕ ਮਿੰਟ ਦਾ ਟਾਈਮ, ਇੱਕ ਤੁਸੀਂ ਕਰਦੇ ਇੱਕ ਮਿੰਟ ਦਾ ਟਾਈਮ। ਨਾਜ਼ਰੀਨ ਮੈਂ ਗੁਜ਼ਾਰਿਸ਼ ਕਰ ਸਕਦਾ, ਜਿਸ ਤਰ੍ਹਾਂ ਤੁਹਾਨੂੰ ਮੈਰਿਜ ਹਾਲ ਦੇ ਬਾਰੇ ਇੱਕ ਫਿਗਰ ਦਿੱਤਾ, ਮੈਂ ਦੱਸ ਦਿਆਂ। ਪੰਜਾਬ ਵਿੱਚ ਜਿਹੜੀ ਪੰਜਾਬ ਆਰਟਸ ਕੌਂਸਲ ਹੈ ਉਹਦੇ ਤਹਿਤ ਬਕਾਇਦਾ ਜਿਹੜੇ ਪਰਮਿਸ਼ਨ ਲੈ ਕੇ ਥੀਏਟਰ ਚੱਲਦੇ ਨੇ, ਉਹ ਤਕਰੀਬਨ 65 ਥੀਏਟਰ ਨੇ ਮੁੱਖ ਸ਼ਹਿਰਾਂ ਵਿੱਚ। ਠੀਕ ਹੈ ਜੀ, ਕਮੋ ਬੇਸ਼ 65 ਥੀਏਟਰ ਨੇ, ਔਰ ਹਰ ਥੀਏਟਰ ਤੇ ਥੀਏਟਰ ਸਟਾਫ ਪਲੱਸ ਆਰਟਿਸਟ ਜਿਹੜੇ ਨੇ ਤਕਰੀਬਨ 30 ਬੰਦੇ ਜਿਹੜੇ ਨੇ ਉਹ ਰੇਟਡ ਹੁੰਦੇ ਪੋਤਰੀ ਬੰਦੇ ਨੇ ਔਰ ਉਹ ਭਾਈ ਖਾਨਦਾਨ ਹੁੰਦੇ ਸਾਹਿਬ। ਨੇ। ਮੈਂ ਦੇਖੋ ਸਾਡਾ ਸ਼ੋਭਾ ਇਸ ਤੋਂ ਜੀ, ਜੀ। ਕਮ ਸ ਕਮ 13 ਤੋਂ 14 ਬੰਦੇ ਜਿਹੜੇ ਨਾ ਜਿਹੜਾ ਥੀਏਟਰ ਇੰਤਜ਼ਾਮੀਆ ਹੈ ਜੀ 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 ਉਹਦੇ ਵਿੱਚ ਗਿਣੇ ਨੇ। ਉਹਦੇ ਵਿੱਚ ਗਿਣੇ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਕਾਸਟ ਹੈ ਨਾ ਜੀ, ਹਾਂਜੀ ਕਾਸਟ ਵਿੱਚ ਕਮ ਸ ਕਮ ਵੀ ਮੇਰਾ ਅੰਦਾਜ਼ਾ ਹੈ ਕਿ 20 ਤੋਂ 22 ਬੰਦੇ ਜਿਹੜੇ ਨੇ ਨਾ ਉਹ ਕਾਸਟ ਦੇ ਵਿੱਚ ਸ਼ਾਮਲ ਹੁੰਦੇ ਨੇ। ਜੀ ਅਸੀਂ ਛੋਟੇ ਮੋਟੇ ਲੋਕ ਪਾ ਐਵਰੇਜ 40 ਬੰਦੇ ਉਹ 40 ਬੰਦੇ ਦੇਖੋ 40 ਬੰਦੇ ਸਿਰਫ 40 ਬੰਦੇ ਨਹੀਂ, ਇਹ 40 ਖਾਨਦਾਨ ਨੇ। ਅਗਰ ਤੁਸੀਂ ਇਹਨਾਂ ਦੀ ਐਵਰੇਜ ਕੱਢੋ ਨਾ, ਤੁਸੀਂ ਮੈਕਸਿਮਮ ਕਰੋ, ਹਰ ਇਨਸਾਨ ਦੇ ਨਾਲ ਕਮ ਸੇ ਕਮ 6 ਬੰਦਿਆਂ ਦਾ ਤੁਸੀਂ ਇਜ਼ਾਫਾ ਕਰੋ। ਜੀ 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 ਤੇ ਇਹ 6 ਚੋਂ ਕੱਚੇ ਵੀ ਜੀ ਜੀ 24,000 ਤਕਰੀਬਨ ਇੱਕ ਥੀਏਟਰ ਨਾਲ 250 ਖਾਨਦਾਨ ਵਬਸਤਾ 250 ਫਰਾਦ ਵਬਸਤਾ ਹੁੰਦੇ ਨੇ, ਠੀਕ ਹੈ ਜੀ। ਜਿਹਦੀ ਰੋਟੀ ਰੋਜ਼ੀ ਚੱਲ ਰਹੀ ਹੁੰਦੀ ਹੈ। ਨਾਜ਼ਰੀਨ ਸਾਡਾ ਮਕਸਦ ਹੈ ਇੱਥੇ ਬਿਠਾ ਕੇ ਜਿਸ ਸਿਰਫ ਇਹਨਾਂ ਕੋਲੋਂ ਜਿਹੜੇ ਅਸੀਂ ਇੱਥੇ ਡਮੀ ਮਿਊਜ਼ੀਅਮ ਤੋਂ ਆਰਟਿਸਟ ਬੁਲਾਏ ਹੁੰਦੇ ਨੇ ਜੁਗਤਾ ਕਰਾਉਣਾ ਮਕਸਦ ਨਹੀਂ, ਤੁਹਾਨੂੰ ਦੱਸਣਾ ਹੈ। ਪਾਕਿਸਤਾਨ ਤਕਰੀਬਨ ਸਾਰੇ ਬਿਜ਼ਨਸ ਖੁੱਲ ਚੁੱਕੇ ਨੇ, ਬਾਜ਼ਾਰ, ਮਾਰਕੀਟਾਂ, ਟਰਾਂਸਪੋਰਟ,
और दूसरे। ਉਹ ਮੇਰੇ ਭਾਈ ਗੱਲ ਸੁਣੋ, ਅਸੀਂ ਮਹਿਮਾਨ ਆਏ ਆ ਇੱਥੇ, ਅਸੀਂ ਜੁਗਤਾਂ ਨਹੀਂ ਕਰਦੇ ਨਾ, ਸਾਨੂੰ ਜੁਗਤਾਂ ਨੂੰ ਤੁਹਾਡੇ ਤੋਂ ਵੱਡਾ ਮਦਾਰੀ ਕਿਹੜਾ? ਹਾਂਜੀ ਹਾਂਜੀ, ਇਹ ਜਿਹੜੇ ਬੰਦੇ ਨੇ, ਇਹ ਜਿਹੜੇ ਜ਼ਲੀਲ ਹੋਏ ਨੇ, ਤੁਹਾਡੀ ਵਜ੍ਹਾ ਤੋਂ ਜ਼ਲੀਲ ਹੋਏ ਨੇ। ਜਿਸ ਤਰ੍ਹਾਂ ਉਹਦੀ ਵਜ੍ਹਾ ਕਿ ਤੁਸੀਂ ਆਪਣਾ ਐਸਾ ਬਾਂਦਰ ਕਿੱਲਾ ਸ਼ੁਰੂ ਕਰ ਰਹੇ ਚੈਨਲਾਂ ਦੇ। ਬਈ ਤੁਹਾਡਾ ਐਸਾ ਬਾਂਦਰ ਕਿੱਲਾ ਹੈ, ਲੋਕ ਉਹਦੇ ਤੋਂ ਤਵੱਜੋ ਹਟਾ ਹੀ ਨਹੀਂ ਰਹੇ। ਬਈ ਇਹਨਾਂ ਲੋਕਾਂ ਨੂੰ ਕੌਣ ਲੋਕ ਵੇਖਣ ਜਾਏਗਾ? ਬਈ ਵੈਸੇ ਵੀ ਉਹਦੀ ਸ਼ਕਲ ਵੇਖੋ ਨਾ, ਵੇਖਣੀ ਨਹੀਂ ਚਾਹੀਦੀ, ਪਰ ਲੇਕਿਨ ਇਹ ਬੇਗ ਸਾਹਿਬ ਤੁਸੀਂ ਹੋ। ਇਕਬਾਲ ਬੇਗ ਸਾਹਿਬ, ਮੈਂ ਗੁਜ਼ਾਰਿਸ਼ ਕਰ ਰਿਹਾ, ਅਸੀਂ ਆਪਣਾ ਕੰਮ ਕਰ ਰਹੇ ਹਾਂ, ਅਸੀਂ ਤੁਹਾਡਾ ਮੌਕਫ ਅਸੀਂ ਮੁਆਸ਼ਰੇ ਦੇ ਹਰ ਤਬਕੇ ਨੂੰ ਨਾਜ਼ਰੀਨ ਪ੍ਰੈਜ਼ੈਂਟ ਕਰ ਰਹੇ ਹਾਂ। ਮੈਰਿਜ ਹਾਲ ਮਾਲਕਾਨ ਤੋਂ ਲੈ ਕੇ ਇੱਕ ਕੰਟੀਨ ਦੇ ਠੇਕੇਦਾਰ ਤੱਕ, ਪੂਰੇ ਕਾਰਚਸ ਤੱਕ ਹਰ ਤਬਕਾ ਜਿਹੜਾ ਉਹ ਮੇਰੇ ਭਾਈ ਹਲੇ ਤੱਕ ਮੇਰੇ ਭਾਈ ਦੀ ਗੱਲ ਸੁਣੋ, ਇੱਕ ਮਿੰਟ ਮੈਂ ਤੁਸੀਂ ਹੱਕ ਦੀ ਗੱਲ ਨਹੀਂ ਕਰ ਸਕਦੇ। ਵੇਖੋ ਅਗਲੇ ਦਿਨ ਉਹ ਕੀ ਇੱਕ ਮੇਜਰ ਦੀ ਕੇ ਕਰਨਲ ਕੇ ਬ੍ਰਿਗੇਡੀਅਰ ਦੀ ਬੀਵੀ ਸੀ, ਓਏ ਉਹਦੇ ਤੇ ਮੇਰਾ ਭਾਈ ਤੁਸੀਂ 70 ਪ੍ਰੋਗਰਾਮ ਕਰ ਦਿੱਤੇ ਨੇ। ਇਹ ਹੁਣ ਜਿਹੜਾ ਤੁਹਾਡੇ ਮੁਲਕ ਚੋਂ ਜਿਹੜੀ ਉਹ ਇਹਨਾਂ ਦੀ ਇੱਕ ਕਜ਼ਨ ਕੀ ਲੱਗਦੀ ਸੀ, ਸਾਥੀ ਸੀ ਤੁਹਾਡੀ, ਆ ਜਿਹੜੀ ਕੁੜੀ ਫਿਲਮ ਚ ਆਈ ਆਪਣਾ, ਉਹ ਭਾਈ ਸਰਕਾਰ ਜੀ ਉਸਮਾ ਖਾਨ ਤੇ ਉਮਾ ਖਾਨ ਜਿਹੜੇ ਉਮਾ ਖਾਨ, ਉਹਨੂੰ ਜਿਹੜੀ ਫੋਟ ਪਈ ਹੈ, ਕਿੰਨੇ ਪ੍ਰੋਗਰਾਮ ਤੁਸੀਂ ਉੱਤੇ ਕੀਤੇ ਨੇ? ਜੀ ਉਹਨਾਂ ਨੂੰ ਅਗਰ ਕੋਈ ਬੰਦਾ ਪ੍ਰੈਜ਼ੈਂਟ ਕਰ ਰਿਹਾ ਉਹਦੇ ਕੇਸ ਨੂੰ, ਜੋ ਸਿਰਫ ਸੋਸ਼ਲ ਮੀਡੀਆ ਕਰ ਰਿਹਾ, ਠੀਕ ਹੈ। ਉਹ ਅਲਹਮਦੁਲਿਲਾ ਯੂਟਿਊਬਰਸ ਕਰ ਰਹੇ ਨੇ, ਉਹ ਫੇਸਬੁੱਕ ਤੇ ਟਵਿੱਟਰ ਤੇ ਸੋਸ਼ਲ ਮੀਡੀਆ ਹੀ ਉਹਦਾ ਕੇਸ ਲੈ ਕੇ ਅੱਗੇ ਚੱਲ ਰਿਹਾ ਹੈ। ਕੇਸ ਕੌਣ ਹੱਕ ਤੇ ਵੇ ਔਰ ਕੌਣ ਰੋਂਗ ਹੈ, ਇਹਦਾ ਫੈਸਲਾ ਤੇ ਹਕੂਮਤ ਕਰੇਗੀ ਜਾਂ ਅਦਾਲਤਾਂ ਕਰਨਗੀਆਂ। ਲੇਕਿਨ ਬਹਰਹਾਲ ਅਸੀਂ ਜਿਹੜਾ ਜ਼ੁਲਮ ਹੋਇਆ ਉਹ ਵੀ ਦਿਖਾ ਰਹੇ ਹਾਂ, ਅਸੀਂ ਦੂਸਰੀ ਪਾਰਟੀ ਦਾ ਮੌਕਫ ਵੀ ਦਿਖਾ ਰਹੇ ਹਾਂ, ਅਸੀਂ ਨਾਜ਼ਰੀਨ ਸਾਰੇ ਦਾ ਮੌਕਫ ਦਿਖਾ ਰਹੇ ਹਾਂ। ਇੱਥੇ ਵੀ ਅਸੀਂ तमाम तबकात को प्रेजेंट कर रहे हैं। मकसद सिर्फ ये दसना है कि इस टाइम 4 तबके, 4 शोबे, 4 बिजनेस, मार्की, मैरिज हॉल, थिएटर, सिनेमा और स्कूल इस शदीद तरीके मुतासर ने। कोई हुकूमती पैकेज इन्होंने वास्ते नहीं आया। और इन्होंने 1 मिनट की जाकर साहब मैं गुजारिश कर रहा, इन्होंने खुलन दे मजीद भी कोई 2-4 महीने चांसेस मतलब कोई ਇਹਦੇ ਸ਼ੱਕ ਨਹੀਂ। ਲੇਕਿਨ ਮੈਂ ਕਹਿੰਦਾ ਅਸੀਂ ਬੰਦੇ ਹੋ ਕਰ ਬਿਲਕੁਲ ਮੇਰੇ ਭਾਈ ਠਹਿਰ ਜਾ ਇੱਕ ਮਿੰਟ ਜਾਣਾ ਕਿਤੇ? ਉਹ ਭਾਈ ਤੁਹਾਡੀ ਗੱਡੀ ਨਿਕਲ ਚੱਲੀ ਹੈ। ਉਹ ਭਾਈ ਕੀ ਹੋ ਗਿਆ? ਇਹੋ ਜਿਹਾ ਬੰਦਾ ਹਰ ਗੱਲ ਦੀ ਮਤਲਬ ਜਿਹੜਾ ਨਾ ਕਾਲਾ ਹੁੰਦਾ ਹੈ ਯਾਰ, ਕੈਸਾ ਬੇਵਕੂਫ ਆਦਮੀ। ਔਰ ਇਹੋ ਜਿਹਾ ਬੰਦਾ ਅਕਸਰ ਵਿਆਹ ਵਿੱਚ ਜੁੱਤੀਆਂ ਖਾ ਲੈਂਦਾ। ਉਹ ਭਾਈ ਉਹਨੇ ਸਿਰਫ ਦਾੜੀ ਰੱਖੀ ਹੁੰਦੀ, ਬਾਹਰ ਨਿਕਲ ਕੇ ਇੰਨਾ ਹੀ ਕਹਿਣਾ ਹੈ ਕਿ ਲਓ ਜੀ ਇਹ ਸਵੈਗਨ ਚ ਸਿਰਫ ਕੁੜੀਆਂ ਹੀ ਬਹਿਣ ਗਈਆਂ। ਉਹ ਭਈ ਤੇਰਾ ਹੋਵੇ ਤੈਨੂੰ ਵੀ ਅਗਲੇ ਨਾਲ ਲੈ ਕੇ ਜਾਣਾ ਨਹੀਂ ਜਾਣਾ। ਉਹ ਬੇਵਕੂਫ ਲੋਗੋ। ਮੈਂ ਭਾਈਜਾਨ ਠਹਿਰ ਜੀ, ਤੁਸੀਂ ਵੀ ਭਾਈ ਸਾਹਿਬ ਕੀ ਹੋ ਗਿਆ? ਇੱਕ ਮਿੰਟ ਮੈਂ ਗੱਲ ਕਰ ਬਾਤ ਸਾਹਿਬ ਤੁਸੀਂ ਕੀ ਗੱਲ ਕਰਦੇ ਹੋ? ਤੁਸੀਂ ਚਵਲਾ ਮਾਰਨ ਲੱਗੇ ਹੋ ਕਿਸੇ ਵੀ ਗੱਲ, ਤੁਸੀਂ ਬਿਲਕੁਲ ਛੋੜਾ ਨਹੀਂ ਕਰਦੇ ਹੋ। ਛੋੜਾ ਵਾਲੇ ਕਰਦੇ ਜਦੋਂ ਤੁਸੀਂ ਯਕਦਮ ਕਿਉਂ ਤੁਸੀਂ ਉਲਟ ਟਰੈਕ ਤੇ ਚੱਲ ਪੈਂਦੇ ਹੋ? ਸਭ ਤੋਂ ਵੱਡੀ ਬਾਤ ਹੈ ਭਾਈ ਸਾਹਿਬ, ਅੱਜ ਜਿੰਨਾ ਹੁਣ ਤੱਕ ਰੌਲਾ ਪੈ ਰਿਹਾ ਨਾ ਜੀ 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 ਅੱਜ ਜਿੰਨਾ ਹੁਣ ਤੱਕ ਮਸਲਾ ਬਣਿਆ ਇਹ ਫੁਲਕਾਰ ਸਾਡੇ, ਅਸੀਂ ਫੁਲਕਾਰ ਹੋਊਗਾ, ਅਸੀਂ ਕਿਉਂ ਰੌਲਾ ਪਾ ਰਹੇ? ਥੀਏਟਰ ਖੋਲੋ, ਥੀਏਟਰ ਖੋਲੋ, ਥੀਏਟਰ ਖੋਲੋ। ਮਾੜੇ ਚੰਗੇ ਚਲੋ ਜਿਸ ਤਰ੍ਹਾਂ ਵੀ ਹੈ, ਇਹ ਹੁਕੂਮਤ ਨੇ ਜਿਹੜਾ ਇਹ ਪ੍ਰੋਗਰਾਮ ਚਲਾਇਆ ਜਨਾਬ, ਸਾਸ ਪ੍ਰੋਗਰਾਮ ਦੇ ਵਿੱਚ, ਚਲੋ ਕਮ ਸੇ ਕਮ ਕੁਛ ਨਹੀਂ, ਚਲੋ ਮਾੜਾ ਮੋਟਾ ਚਲੋ ਆਟੇ 'ਚ ਲੂਣ ਦੇ ਬਰਾਬਰ ਸੀ, ਲੋਕਾਂ ਨੂੰ ਕੁਛ ਨਾ ਕੁਛ ਮਿਲਿਆ ਹੈ। ਜੀ ਜੀ ਜੀ। ਲੇਕਿਨ ਹਕੀਕਤ ਬਾਤ ਇਹ ਵੇ ਕਿ ਅਸੀਂ ਫਨਕਾਰ ਲੋਕ ਉਹ ਲੋਕ ਆ, ਸਾਨੂੰ ਕਹਿੰਦੇ ਨੇ ਕਿ ਅਸੀਂ ਮੁਲਕ ਦੇ ਸਫੀਰ ਆ। ਅਸੀਂ ਕਿਹੜੇ ਮੁਲਕ ਦੇ ਸਫੀਰ ਆ? ਉਹ ਭਾਈ ਸਾਹਿਬ ਸਾਨੂੰ ਪੁੱਛੇ ਹੀ ਨਹੀਂ ਜਾ ਰਿਹਾ। ਅਸੀਂ ਇਸ ਗੱਲ ਨਹੀਂ ਕਹਿ ਰਹੇ ਕਿ ਅਸੀਂ ਜਨਾਬ ਅਸੀਂ ਥੀਏਟਰ ਖੋਲ ਕੇ ਕੀ ਕਰਨਾ? ਅਸੀਂ ਸਫੈਦੀਆਂ ਕਰਨੀਆਂ ਜਾ ਕੇ, ਅਸੀਂ ਬਾਰੀਆਂ ਮਾਰਨੀਆਂ, ਕੀ ਕਰਨਾ ਜਾ ਕੇ? ਤੁਸੀਂ ਤੇ ਬਾਰੀ ਮਾਰ, ਅਸੀਂ ਸਿਰਫ ਥੀਏਟਰ ਖੋਲਣ ਵਾਸਤੇ ਸਿਰਫ ਇਸੇ ਗੱਲ ਕਹਿ ਰਹੇ ਹਾਂ। ਉਹ ਭਾਈ ਸਾਹਿਬ ਤੁਸੀਂ ਤਾਂ ਸਾਡਾ ਕਰਨਾ ਹੀ ਕੱਖ ਨਹੀਂ। ਆ ਜਿਹੜਾ ਹਕਾਮੇ ਆਲਾ ਨੇ, ਅਸੀਂ ਇਹਨਾਂ ਨੂੰ ਇਹ ਕਹਿ ਰਹੇ ਹਾਂ ਸਾਡਾ ਤਾਂ ਤੁਸੀਂ ਕਰਨਾ ਹੀ ਕੱਖ ਨਹੀਂ। ਉਹ ਜੇ ਸਾਡਾ ਕਰਨਾ ਕੱਖ ਨਹੀਂ, ਕਰੋਨੇ ਨਾਲ ਹੀ ਮਰਨਾ ਤੇ ਭੁੱਖ ਨਾਲ ਕਿਉਂ ਮਰੀਏ? ਚਲੋ ਕਮ ਸੇ ਕਮ ਕੁਛ ਕਰ ਰਹੇ ਆ, ਜਿਹੜਾ ਜੋ ਕੁਛ ਕਰਕੇ ਦੇਖੋ ਆਪ ਮਰਨਾ ਜਿਹੜੀ ਮੌਤ ਭਾਈ ਸਾਹਿਬ ਨੇ ਅੱਲਾਹ ਤਾਲਾ ਨੇ ਲਿਖੀ ਹੈ, ਇਸ ਜ਼ਲਾਲਤ ਨਾਲੋਂ ਭਾਈ ਸਾਹਿਬ ਮੌਤ ਆ ਜਾਏ ਉਹ ਵੀ ਚੰਗੀ ਬਾਤ ਹੈ। ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਜੀ, ਆਪਣੇ ਈਮਾਨ ਨਾਲ ਤੁਸੀਂ ਮੈਨੂੰ ਗੱਲ ਦੱਸੋ ਕਿ ਕਰੋਨਾ ਜਿਹੜਾ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ? ਜੀ ਨਾਜ਼ਰੀਨ, ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। ਮੈਂ ਨਹੀਂ ਮੈਨੂੰ ਪਤਾ ਸਮਝ ਨਹੀਂ ਗੱਲ ਤੁਸੀਂ ਜੀ ਸਾਡੀ ਅਜ਼ੀਜ਼ਾ ਅੱਜ ਤੋਂ 2 ਦਿਨ ਪਹਿਲੇ ਇੱਕ ਬੜੀ ਕਰੀਬੀ ਅਜ਼ੀਜ਼ਾ ਜਿਹੜੇ ਨੇ ਉਹ ਉਹਨਾਂ ਦੀ ਕਰੋਨਾ ਡੈਥ ਹੋ ਗਈ ਔਰ ਇੱਥੇ ਆ ਗਈ। ਮੇਰੇ ਭਾਈ ਅੱਲਾਹ ਉਹਨਾਂ ਨੂੰ ਜਨਤ ਨਸੀਬ ਕਰੇ। ਮੈਂ ਸਿਰਫ ਤੁਹਾਨੂੰ ਇਹ ਪੁੱਛ ਰਿਹਾ ਕਿ ਤੁਸੀਂ ਕਰੋਨੇ ਦੀ ਸ਼ਕਲ ਵੇਖੀ? ਨਹੀਂ ਭਾਜੀ, ਕਰੋਨੇ ਦੀ ਸ਼ਕਲ ਤੇ ਸਿਰਫ ਸਾਇੰਸਦਾਨਾਂ ਵੇਖੀ ਜੀ। ਤੁਹਾਡੀ ਦੁਆ ਹੋਣੀ ਚਾਹੀਦੀ ਹੈ। ਇਹ ਪਾਕਿਸਤਾਨ ਹੈ, ਇਹਨੂੰ ਸੱਦੇ ਖਾਰਾਂ ਨੇ। ਅਗਰ ਕਰੋਨੇ ਦੀ ਤੁਸੀਂ ਸ਼ਕਲ ਵੇਖਣੀ ਤੇ ਆ ਭਾਈ ਦੀ ਸ਼ਕਲ ਵੇਖੋ, ਕਰੋਨਾ ਵੇਖ ਲਓ, ਉਹਦੀ ਸ਼ਕਲ ਵੇਖ ਲਓ, ਇੱਕੋ ਹੀ ਗੱਲ ਹੈ। ਔਰ ਜਿੱਥੇ ਇਹੋ ਜਿਹੀਆਂ ਸ਼ਕਲਾਂ ਨੇ ਉੱਥੇ ਕਰੋਨੇ ਦਾ ਕੀ ਕੰਮ?
देखो जी तुसी उन्होंने कह रहे कोरोना और ਤੁਸੀਂ ਇਮਾਨਦਾਰੀ ਦੀ ਬਾਤ ਸੁਣੋ जी ਇਨਸਾਫ ਕਰਨਾ ਤੁਸੀਂ हाँ ਅੱਲਾਹ ਤਾਲਾ ਨੇ ਤੁਹਾਨੂੰ ਜਿਸ ਮਨਸਬ ਤੇ ਪਾਇਆ ਨਾ हाँ जी हाँ जी ਝੂਠ ਨਾ ਮਾਰਨਾ ठीक है ਝੂਠੇ ਦਾ ਹਮੇਸ਼ਾ ਮੂੰਹ ਕਾਲਾ ਹੁੰਦਾ ਜਿਵੇਂ ਭਾਈ ਦਾ ਤੁਸੀਂ ਕਰੋਨੇ ਦੀ ਸ਼ਕਲ ਅਗਰ ਤੁਸੀਂ ਵੇਖ ਲਈ ਅੱਛਾ ਉਹ ਤੁਸੀਂ ਉਹਨਾਂ ਲਈ ਕਰੋ। ਤੁਸੀਂ ਕਰੋਨੇ ਦੀ ਤੁਸੀਂ ਸ਼ਕਲ ਵੇਖ ਲਈ ਨਾ हाँ ਵੀ ਜਿਸ ਤਰ੍ਹਾਂ ਗੋਲ ਮਟੋਲ ਕਰੋਨਾ ਹੈ ਨਾ हाँ ਕਿੰਗਰੀਆਂ ਵਾਲਾ आहो ਐਸੀ ਤਰ੍ਹਾਂ ਗੋਲ ਮਟੋਲ ਫੁੱਟਬਾਲ ਵਰਗਾ ਮੂੰਹ ਭਾਈ ਦਾ लो जी नाज़रीन मेरा ख्याल जी ਉਹ ਮੇਰੀ ਗੱਲ ਸੁਣੋ ਭਾਈ ਜਾਨ, ਇਹ ਇੰਤਜ਼ਾਜ ਥੀਏਟਰ ਖੋਲਣ ਦਾ ਇਸ ਤੋਂ ਨਹੀਂ ਕਰ ਰਹੇ ਕਿ ਉਹ ਉੱਤੇ ਕੋਈ ਫਨਕਾਰ ਨਹੀਂ ਜਾਂ ਥੀਏਟਰ 'ਚ ਕੰਮ ਕਰਦੇ ਨੇ। हाँ जी ਇਹਨਾਂ ਦੀ ਉੱਥੇ ਲੈਟਰੀਨਾਂ ਨੇ, ਲੇਕਿਨ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਮੇਰੇ ਭਾਈ ਤੁਹਾਨੂੰ ਕੀ ਫਰਕ ਪੈਣਾ ਹੈ? ਤੁਹਾਡਾ ਲਾਗੀ ਜਿਹੜਾ ਜੋ ਕੰਮ ਚੱਲ ਰਿਹਾ ਹੈ ਖੋਲ ਦਿੱਤੀਆਂ ਨਾ ਵੈਗਨਾ ਵੂਗਨਾ ਉਹਨਾਂ ਨੂੰ। यार वो आर्टिस्ट ने स्टेज पे काम करते ने मतलब कि अपना जनाब मिर्जा इकबाल बेग साहब ਭਾਈ ਸਾਹਿਬ ਦਾ ਦਿਮਾਗ ਗੰਦ ਨਾਜ਼ਰੀਨ ਪਿਆ ਮੇਰਾ- ਦਿਮਾਗ ਲੈਟ ਨਹੀਂ नाज़रीन मेरा ਢਿੱਡ ਲੈਟ ਨਹੀਂ एक मिनट सर। ਉਹ ਇਹਨਾਂ ਦਾ ਮੂੰਹ ਲੈਟ ਮੈਂ ਕਿਹੜੇ ਕਿਹੜੇ ਭਾਗ ਤੋਂ ਉਹ ਜਨਾਬ ਸਾਨੂੰ ਕਦ ਲਾਇਆ ਜੇ 3 ਮਹੀਨੇ ਹੋ ਗਏ ਤੇ ਮੈਂ ਚਲੋ ਇਹ ਵੀ ਨਾਲ ਹੀ ਬਿਲਕੁਲ ਬੰਦ ਹੈ ਹਰ ਚੀਜ਼ ਦੇ ਡੇਲੀ ਬੇਸ ਵਾਲੇ ਆ ਜੀ, ਇਹ ਤੁਹਾਡੀ ਸਕੂਲ ਗੱਲ- ਲੱਗਦਾ ਹੈ ਕੰਟੀਨ ਚੱਲਦੀ ਏ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਜੀ ਭਾਈ ਸਾਹਿਬ ਕਹਿ ਰਹੇ ਉਹ ਜਿਹੜੇ ਥੱਪੂ ਕਮਾਏ ਜੇ ਉਹ ਮੇਰੀ ਗੱਲ ਸੁਣੋ, ਉਹ ਮੇਰੀ ਗੱਲ ਸੁਣੋ, ਉਹ ਮੇਰੇ ਭਾਈ, ਉਹ ਮੇਰੀ ਭਾਈ ਮੇਰੀ ਗੱਲ ਸੁਣੋ, ਹਾਂਜੀ। ਉਹਦੇ ਪੈਸੇ ਕਮਾਏ ਤੇ ਕਿੱਥੇ ਨੇ ਉਹ ਜਿਹੜੀਆਂ 3 ਮਹੀਨੇ ਦੀਆਂ ਬੰਦ ਸਕੂਲਾਂ ਦੀਆਂ ਫੀਸਾਂ ਲੈਂਦੇ ਹੋ, ਉਹ ਤੁਹਾਡੇ ਕੋਲ ਇੰਨਾ ਕੁ ਪੈਸਾ ਮੈਂ ਤੁਹਾਨੂੰ ਦੱਸਣਾ जी जी ਮੈਂ ਇੱਥੇ ਬੰਦੇ ਵੇਖੇ ਨੇ ਜੀ 3-4 ਸਾਲ ਚ ਸਕੂਲ ਉਹ ਬਣਾਉਂਦੇ ਨੇ, ठीक है 4 ਸਾਲ ਬਾਅਦ ਮੈਂ ਸਕੂਲ ਜਨਾਬ 90% ਤੁਹਾਡੀ ਦੁਆ ਨਾਲ ਜ਼ਾਤੀ ਬਿਲਡਿੰਗ 'ਚ ਸ਼ਿਫਟ ਹੁੰਦੇ ਵੇਖੇ ਨੇ। जी जी नाज़रीन ਪਰ ਮੈਂ ਤਾਂ ਤੁਹਾਨੂੰ ਦੱਸਿਆ, ਮੇਰੀ ਗੱਲ ਸੁਣੋ, ਚਲੋ ਅਸੀਂ ਪੈਸੇ ਜ਼ਿਆਦਾ ਹੀ ਲੈਂਦੇ ਹੋਵਾਂਗੇ, ਮੈਂ ਮਾਰਕੀ ਬਣਾਈ, ਮੈਂ ਮੈਰਿਜ ਹਾਲ ਬਣਾਇਆ, ਮੈਂ ਤੁਹਾਨੂੰ ਦੱਸਿਆ 29 ਸਾਲ ਲੈਪਰ ਮਾਰਿਆ ਮੈਂ ਫਰਸ਼ਾਂ ਤੇ, ਤਾਂ ਜਾ ਕੇ ਭਾਈਜਾਨ ਮੈਂ ਪਾਉਂਡ ਇਕੱਠੇ ਕਰਕੇ ਤੇ ਪਾਕਿਸਤਾਨ ਲੈ ਆਇਆ ਇੱਥੇ ਪੈਸਾ, ਔਰ ਇਹ ਸਾਨੂੰ ਬਹਿ ਕੇ ਲੁੱਟ ਰਹੇ ਨੇ, ਔਰ ਜਿਨ੍ਹਾਂ ਦੇ ਸਾਡੇ ਬੱਚੇ ਬਾਹਰ ਹੁੰਦੇ ਨੇ, ਜਿਨ੍ਹਾਂ ਦੇ ਵਾਲਿदैन ਬਾਹਰ ਹੁੰਦੇ ਨੇ, ਹਾਂਜੀ ਜਿਨ੍ਹਾਂ ਬੱਚਿਆਂ ਦੇ ਪਿਓ, ਉਹਨਾਂ ਨੂੰ ਤਾਂ ਫਿਰ ਇਹਨਾਂ ਨੇ ਜਨਾਬ ਆਏ ਦਿਨ ਕੋਈ ਨਾ ਕੋਈ ਫੰਕਸ਼ਨ ਜਿਹੜਾ ਉਹਦੇ ਪੈਸੇ, ਕੋਈ ਹੋਰ ਪੈਸੇ, ਸਾਡੀ ਮਜਬੂਰੀ ਇਹ ਹੁੰਦੀ ਏ ਅਸੀਂ ਇੱਥੇ ਹੁੰਦੇ ਨਹੀਂ, ਸਾਡੀਆਂ ਔਰਤਾਂ ਹੁੰਦੀਆਂ ਨੇ, ਠੀਕ ਹੈ, ਉਹ ਜਿਹੜੇ ਵਾਲਿदैन ਨੇ, ਮਤਲਬ ਜਿਹੜੇ ਅਸੀਂ ਓਵਰਸੀਜ਼ ਪਾਕਿਸਤਾਨੀ ਆ, ਇਹ ਸਾਡੇ ਵਾਸਤੇ ਬੜੇ ਮਸਾਇਲ ਨੇ, ਇਹਨਾਂ ਨੂੰ ਪੁੱਛੋ ਪੈਸੇ ਜਿਹੜੇ ਇਹਨਾਂ ਇਕੱਠੇ ਕੀਤੇ ਨੇ ਉਹ ਕਿੱਥੇ ਨੇ, ਹੁਣ ਹੀ ਮੁੱਕ ਗਏ ਨੇ ਇਹਨਾਂ ਕੋਲੋਂ। नाज़रीन मेरी गल सुनो ਸਾਹਿਬ ਮੇਰੀ ਸੁਣ ਲਓ, ਛੋਟੀ ਜੀ ਸੁਣ ਲਓ, ਜੀ, ਮੈਂ ਜੀ। ਸਕੂਲ ਦਾ ਮਾਲਕ ਨਹੀਂ, ਮੈਂ ਤੇ ਛੋਟੀ ਜੀ ਕੰਟੀਨ ਚਲਾ ਰਿਹਾ, ਉਹ ਤੋਂ ਮੈਂ ਕੋਈ ਥੋੜਾ ਜਿਹਾ ਪੈਸੇ ਆਉਂਦੇ ਨੇ ਤੇ ਉਹ ਥੋੜੇ ਜਿਹੇ ਪੈਸੇ ਨਹੀਂ, ਇਹ ਬਿਲ ਪਾ ਏਜੰਟ ਲਿਆ। ਨੇ ਜਨਾਬ, ਏਜੰਟ, ਇਹ ਕੰਟੀਨਾਂ ਵਾਲੇ ਨਹੀਂ, ਹਾਂ। ਏਜੰਟ ਨੇ, ਜਿਸ ਤਰ੍ਹਾਂ ਹਰ ਚੀਜ਼ ਦੇ ਬ੍ਰੋਕਰ, ਜੀ। ਮੱਝਾਂ ਗਾਵਾਂ ਦੇ ਦਲਾਲ ਮੰਡੀਆਂ ਦੇ, ਜੀ, ਜੀ, ਇਹ ਜੀ। ਬਿਲਕੁਲ ਉਹ ਲੋਕ ਨੇ ਕੰਟੀਨਾਂ ਵਾਲੇ, ਇਹ ਜਿਨ੍ਹਾਂ ਨੇ ਕਾਨਸਾਨ ਦੇ ਵਿੱਚ ਬਾਹਰ ਦੱਸਣਾ ਹੁੰਦਾ ਕਿ ਜਨਾਬ ਫਲਾਣਾ ਕੰਮ ਕੋਈ ਨਹੀਂ, ਤੁਸੀਂ ਮੰਨੋ ਮਿਲੋ ਹੋ ਜਾਏਗਾ। ਮੇਰੀ ਗੱਲ ਦੀ ਸਮਝ ਆ ਰਹੀ? ठीक है ਇਹਨਾਂ ਦੀ ਤੁਸੀਂ ਸ਼ਕਲ ਵੇਖ ਲਓ, ਇਹਨਾਂ ਦੀ ਸ਼ਕਲ ਹੀ ਅਖਲਾਕ ਦੇ ਖਿਲਾਫ ਜੀ, ਹੈ। ਜੀ, ਨਾਜ਼ਰੀਨ, ਚੇਂਜ ਜੀ। ਹੋ ਗਿਆ ਜਨਾਬ, ਕਿਹੜੇ ਦੌਰ ਦੀ ਗੱਲ जी ਕਰਦੇ ਹੋ? जी नाज़रीन इस तो पहले कि इन्हों दी बहस आपस वधदी जाए, मैं चाह रहा था कि मैं एक आखिरी सवाल इन्हों को कर ला, लेकिन मेरा ख्याल है ये मैंने सवाल नहीं करन देंगे। ਸਵਾਲ ਦੇ ਭਾਈ ਸਾਹਿਬ ਦੇਖੋ ਛੋਟੀ ਜਿਹੀ ਬਾਤ ਜੀ, ਹੈ, ਜੀ। ਅਸੀਂ ਫਨਕਾਰ ਲੋਕ ਆ, ਸਾਡੀ ਛੋਟੀ ਜਿਹੀ ਬਾਤ ਸੁਣੋ। जी जी जरूर बिस्मिल्लाह। ਸਾਡੇ ਤੇ ਦੇਖੋ ਸ਼ੁਰੂ ਤੋਂ ਜ਼ੁਲਮ ਕਿਸ ਤਰ੍ਹਾਂ ਹੁੰਦਾ ਲਗਾ ਰਿਹਾ नहीं मैं लगदा तो ਅਸੀਂ ਘਰੋਂ ਟੁਰਨੇ ਆ, ਮੇਰੀ ਗੱਲ खराब ਸੁਣੋ। रोड छड़िया है ਸਭ ਤੋਂ ਪਹਿਲੀ ਗੱਲ ਇਹ ਕਿ ਆਰਟਿਸਟ ਦੀ ਤੁਸੀਂ ਬੇਸ ਨੂੰ ਦੇਖੋ, की बेस है ਦਿਨ ਦਿਹਾੜਾ ਐ ਤੁਹਾਡੇ ਸਿਰ ਤੇ ਆਈ, हम्म ਹਰ ਬੰਦਾ ਰੋ ਰਿਹਾ, ਹਰ ਬੰਦਾ ਪਿੱਟ ਰਿਹਾ ਕਿ ਅਸੀਂ ਘਰਾਂ ਨੂੰ ਆਉਣਾ, ਹਰ ਬੰਦਾ ਘਰ ਵਾਸਤੇ ਸਟਰਗਲ ਕਰ ਰਿਹਾ ਹੁੰਦਾ ਹੈ। ਇੱਕ ਆਰਟਿਸਟ ਐਸਾ ਜਿਹੜਾ ਵਰੇ ਦੇ ਵੇਲੇ ਦਿਨ ਘਰੋਂ ਆਪਣਾ ਸਾਰਾ ਬੋਰੀਆ ਬਿਸਤਰਾ ਪਲੇਟ ਕੇ ਘਰ ਨਸ਼ਾ ਛੱਡ ਕੇ ਬਾਹਰ ਜਾ ਰਿਹਾ, ਫਿਰ ਅੱਗੂ ਯਾਰ ਕਿਸਮਤ ਯਾਰ ਸੀ। ਉਹ ਤੁਸੀਂ ਮਿਲਣ ਕਿਹੜੇ ਕਰਦੇ ਯਾਰ, ਤੁਸੀਂ ਹੋਟਲਾਂ ਉਹ ਭਾਈ ਸਾਹਿਬ ਦੇ ਕੋਲ ਜੋ ਮੈਂ ਯਕੀਨ ਕਰਦਾ ਕਿ ਇਹ ਭਾਈ ਜਿਹੜੇ ਨਾ ਭਾਈ ਸਾਹਿਬ ਉਹ ਗੱਲ ਛੋੜੋ ਭਾਈ ਦੇਖ ਸਾਹਿਬ, ਕੇ ਅਸਲੀਆਂ ਅੱਛੀਆਂ ਮਾਂਜਣ, ਉਹ ਭਾਈ ਸਾਹਿਬ ਅਬੇ ਕੋ ਜਿਹੜਾ ਵੱਡਾ ਪਤੀਲਾ ਜਿਹੜਾ ਹੈ। ਅੱਗੂ ਵਿੱਚ ਜਿਹੜੇ ਨਾਮ ਪ੍ਰੋਫੈਸ਼ਨਲ ਲੋਕ ਨੇ ਨਾ, ਇਸ ਤਰ੍ਹਾਂ ਦੇ ਲੋਕ जी जी ਜਿਹੜੇ ਇਸ ਫੀਲਡ ਦੇ ਵਿੱਚ ਪ੍ਰੋਡਿਊਸਰ ਬਣ ਗਿਆ। ਇਹ ਨਾ ਵੱਡਾ ਪਤੀਲਾ ਹੀ ਉਹ ਭਾਈ ਮੇਰੀ ਗੱਲ ਸੁਣੋ ਯਾਰ, ਖੱਚ ਨਾ ਮਾਰੋ, ਉਹ ਬੇਗ ਸਾਹਿਬ, ਇਕਬਾਲ ਬੇਗ ਸਾਹਿਬ ਖੱਚ ਨਾ ਮਾਰੋ, ਵੱਡੇ ਪਤੀਲੇ ਨੂੰ ਜਿਹੜੇ ਚਿਬ ਪੇ ਹੁੰਦੇ ਨੇ ਉਹ ਚਿਬ ਵਰਗਾ ਮੂੰਹ ਤੁਹਾਡਾ। ਪਹਿਲੇ ਮੇਰੀ ਗੱਲ ਸੁਣੋ, ਸਾਡੇ ਅਸਲ ਦੇ ਵਿੱਚ ਨਿਗਾਹ ਕੀ ਹੈ, ਅਸੀਂ ਆਰਟਿਸਟ ਲੋਕਾਂ, ਮੇਰੀ ਗੱਲ ਸੁਣੋ, ਸਾਡੇ ਇਸ ਫੀਲਡ ਦੇ ਵਿੱਚ ਨਾਨ ਪ੍ਰੋਫੈਸ਼ਨਲ ਲੋਕ ਬਣਦੇ ਨੇ, ਇਸ ਤਰ੍ਹਾਂ ਦੇ ਤਮਾਸ਼ਬੀਨ ਲੋਕ, ਉਹ ਜਿਸ ਵਕਤ ਯਾਰ ਕਿੰਨਾ ਲੋਕਾਂ ਜਿਸ ਵਕਤ ਪ੍ਰੋਡਕਸ਼ਨ ਕਰਦੇ ਨੇ ਯਾਰ ਇਹ ਨਾਮ ਨਹੀਂ ਸਰ ਮੇਰੀ ਤੋਂ ਨੀਤੀ टाइम खत्म हो रहा है मेरा, पैसा मेरा टाइम क्लोज हो रहा है। ਭਾਈ ਸਾਹਿਬ ਪਹਿਲਾਂ ਮੇਰੀ ਗੱਲ ਸੁਣੋ, ਜਿਹੜਾ ਮੁਖਾ ਛੱਡ ਇਹਨਾਂ ਦੀ ਗੱਲ ਸੁਣ ਲੈ, ਉਹਨਾਂ ਨੂੰ
ਕਾਂਸੀ ਭਾਈ ਆਹੇ ਦੋ ਬਾਤਾਂ ਸੁਣ ਲਓ ਇਹਨਾਂ ਦੀ ਗੱਲ। ਵੇਖੋ ਮਰ ਜਾਣਾ ਨਾ ਕੱਲ ਇਹ ਬੇਸਿਕ ਬਾਤਾਂ ਨੇ ਇਹ ਜਿਸ ਵਕਤ ਜਿਹੜੇ ਲੋਕ ਸੈਂਸਿਬਲ ਲੋਕ ਨੇ ਜਿਹੜੇ ਮੇਰੀਆਂ ਗੱਲਾਂ ਨੋਟ ਕਰਨਗੇ ਨਾ ਜੀ ਤੁਸੀਂ ਸੋਚੋਗੇ ਬਦਦੁਆਈ ਦੇਣਗੇ ਬਾਦਵਾਵਾਂ ਨਹੀਂ ਦੇਣਗੇ ਲੋਕ ਵੇਖਣਗੇ ਕਿ ਜ਼ੁਲਮ ਕਿਸ ਤਰ੍ਹਾਂ ਹੁੰਦਾ ਹੈ ਜੀ, ਔਰ ਜੀ। ਅਸੀਂ ਲੋਕ ਕਿਸ ਤਰ੍ਹਾਂ ਅੱਖਾਂ ਮੀਟ ਕੇ ਜ਼ੁਲਮ ਨੂੰ ਲੜਾੜੀ ਜਾ ਰਹੇ ਹਾਂ। ਠੀਕ ਹੋ ਗਿਆ ਫਨਕਾਰ ਲੋਕ ਜਿਸ ਵਕਤ ਈਦ ਵਰੀਨੇ ਵਾਲੇ ਦਿਨ ਬਰੇ ਦਿਨ ਆਪਣੇ ਬੱਚਿਆਂ ਨੂੰ ਛੱਡ ਕੇ ਲੋਕਾਂ ਨੂੰ ਵਸਾਉਣ ਵਾਸਤੇ ਘਰੋਂ ਬਾਹਰ ਨਿਕਲਦੇ ਨੇ। ਅੱਛਾ 10 ਇਸ ਤਰ੍ਹਾਂ ਦੇ ਬਾਹਰ ਜਾ ਰਹੇ ਨੇ ਇਸ ਤਰ੍ਹਾਂ ਦੇ ਨਾਨ ਪ੍ਰੋਫੈਸ਼ਨਲ ਲੋਕ ਜਿਹੜੇ ਨਾ ਇਸ ਸ਼ੋਬੇ ਵਿੱਚ ਵੜਨਗੇ ਨਾ ਉਹਦਾ ਬੇੜਾ ਗਰਕ ਹੋ ਜਾਏਗਾ। ਪ੍ਰੋਡਿਊਸਰ ਹਜ਼ਰਾਤ ਉਹਨਾਂ ਨੇ ਆ ਕੇ ਆਪਣੀ ਤਮਾਸ਼ਬੀਨੀ ਵਾਸਤੇ ਮਰਦਾ ਕੌਣ ਹੈ ਫਨਕਾਰ ਮਰਦਾ ਜਦੋਂ ਵੀ ਕੋਈ ਘਾਟਾ ਵਾਧਾ ਹੁੰਦਾ ਹੈ ਫਨਕਾਰ ਪਿੱਛੇ ਆ ਜਾਂਦਾ ਹੈ। ਭਾਈ ਸਾਹਿਬ 15 ਦਿਨ ਬਾਅਦ ਅਸੀਂ ਜਾਂਦੇ ਹਾਂ ਬੱਚਿਆਂ ਦਾ ਰਿਜ਼ਲਟ ਤਲਾਸ਼ ਕਰਨ ਵਾਸਤੇ ਅੱਗੋਂ ਉੱਥੇ ਵੀ ਲੁਟੇਰੇ ਇਸ ਤਰ੍ਹਾਂ ਦੇ ਬੈਠੇ ਹੁੰਦੇ ਨੇ ਜਿਹੜੇ ਸਾਡੇ ਜੇ ਮਾੜੇ ਮਸਕੀਨ ਫਨਕਾਰਾਂ ਦਾ ਰਿਜ਼ਲਟ ਜਨਾਬ ਦਾ ਖਾ ਲਏ ਸਾਡੇ ਲੋਕਾਂ ਕੋਲੋਂ ਜਨਾਬ ਜਿਹੜਾ ਨਾ ਉਹ ਰਿਲੀਫ ਮੰਗ ਕੇ ਜਨਾਬ ਆਪਣੀ ਤਮਾਸ਼ਬੀਨੀ ਕਰਕੇ ਘਰ ਆਉਣ ਅਸੀਂ ਜਾਈਏ ਤੇ ਜਾਈਏ ਜੀ ਨਾਜ਼ਰੀਨ ਇਹ ਅੱਜ ਦੇ ਕੋਰੋਨਾ ਦੇ ਮਾਰੇ ਬੇਰੁਜ਼ਗਾਰ ਮੇਰੀ ਗੱਲ ਸੁਣੋ ਇੱਕ ਮਿੰਟ ਕਿਹੜੀ ਬੇਰੁਜ਼ਗਾਰੀ ਐਡੇ ਭਾਈ ਹੁਣ ਬੈਠੇ ਨੇ ਜੀ 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 ਇਹਨਾਂ ਤੁਸੀਂ ਮੰਡੀ 'ਚ ਲਵਾਇਆ ਹੋਏ ਹਾਂਜੀ ਔਰ ਇਹਨਾਂ ਨੇ ਪਾਰਕ ਦਾ ਟਰੱਕ ਜਿਹੜਾ ਇੰਨੀ ਛੇਤੀ ਲਾਣਾ ਕਿ ਤੁਹਾਡੀ ਸੋਚ ਹੋ ਸਕਦੀ ਜੀ ਜੀ ਲੇਕਿਨ ਉਹ ਕਹਿੰਦੇ ਨੇ ਕਿ ਅਸੀਂ ਆਰਟਿਸਟ ਲੋਕ ਹਾਂ ਕਿਹੜੇ ਆਰਟਿਸਟ ਨੇ ਭਾਈ ਇਹਨਾਂ ਦਾ ਮੈਂ ਕਹਿੰਦਾ ਵੱਡੀ ਖੱਚਰ ਜਿਹੜਾ ਪਿੰਡਾਂ ਇਹਨਾਂ ਦਾ ਮੈਨੂੰ ਦੁੱਖ ਇਸ ਗੱਲ ਦਾ ਕਿ ਜਿਹੜੇ ਸਾਡੇ ਜਿਹੜੇ ਸੇਵਕ ਨੇ ਨਾ ਮਹਿਕਮੇ ਜਿਨ੍ਹਾਂ ਸਾਨੂੰ ਸੇਵ ਕਰਨਾ ਉਹ ਭਾਈ ਉਹ ਨਹੀਂ ਸਿੰਸੀਅਰ ਸਾਡੇ ਨਾਲ ਮਸਲਨ ਜਿਸ ਮੈਂ ਕਹਿੰਦਾ ਇਹਨਾਂ ਬਰਫ਼ ਜਿਹੜਾ ਸ਼ੁਭ ਆਰਟਸ ਕੋਰਸ ਬਰਫ਼ ਜਿਹੜਾ ਲੱਦੀ ਹੋਵੇ ਭਾਈ ਸਾਹਿਬ ਜਿਹੜਾ ਆਰਟਸ ਕੋਰਸ ਚਾਰ ਬਲਾਕ ਉਹਦੇ ਵਿੱਚ ਮੈਂ ਜਿਹੜਾ ਇੱਕ ਐਗਰੀਮੈਂਟ ਆਉਂਦਾ ਨਾ ਸਾਡੇ ਆਰਟਿਸਟਾਂ ਦਾ ਜੀ ਜੀ ਮੈਨੂੰ ਉਹ ਵੀ ਵੇਖ ਕੇ ਬੜਾ ਦੁੱਖ ਹੁੰਦਾ ਕਿਸੇ ਵੇਲੇ ਯਾਰ ਅਸੀਂ ਕੀ ਆਰਟਿਸਟਾਂ ਸੀ ਕੀ ਆ ਦੇਖੋ ਉਹਦੇ ਵਿੱਚ ਸਿੱਖਾਂ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਅਗਰ ਕੋਈ ਆਰਟਿਸਟ ਕਿਸੇ ਪ੍ਰੋਡਿਊਸਰ ਦੇ ਨਾਲ ਮਿਸਕਮਿਟਮੈਂਟ ਕਰ ਗਿਆ ਅਗਾਂ ਪਿੱਛੇ ਦੱਸਦਾ ਹੈ ਉਹਦੇ ਡਰਾਮੇ ਦਾ ਜਿੰਨਾ ਲਾਸ ਹੋਵੇਗਾ ਨਾ ਉਹ ਕੋਈ ਵੀ ਪ੍ਰੋਡਿਊਸਰ ਜਿਹੜਾ ਉਹ ਐਕਟਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦਾ ਹੈ ਠੀਕ ਹੈ ਔਰ ਐਕਟਰ ਉਹਦੇ ਅੱਗੇ ਜਨਾਬ ਜਿਹੜਾ ਕਿਸੇ ਕਿਸਮ ਦੀ ਕੋਈ ਹੀਲ ਉਜਤ ਰੱਖਣ ਦੀ ਇਜਾਜ਼ਤ ਨਹੀਂ ਹੈ। ਓਕੇ ਹੋ ਗਿਆ ਉਹ ਯਾਰ ਜਦੋਂ ਪ੍ਰੋਡਿਊਸਰ ਦਾ ਨੁਕਸਾਨ ਹੋਵੇ ਤੇ ਐਕਟਰ ਕੁਝ ਨਹੀਂ ਕਰ ਸਕਦਾ ਤੇ ਜਦੋਂ ਐਕਟਰ ਦਾ ਨੁਕਸਾਨ ਹੁੰਦਾ ਉਦੋਂ ਪ੍ਰੋਡਿਊਸਰ ਦਾ ਕਿਸੇ ਕਿਸਮ ਦਾ ਕੋਈ ਨਹੀਂ ਕੰਮ ਹੁੰਦਾ। ਅੱਛਾ ਭਾਈਜਾਨ ਫੌਜੀ ਪ੍ਰੋਡਿਊਸਰ ਦਾ ਕੋਈ ਲਾਗੂ ਨਹੀਂ ਹੁੰਦਾ ਹੈ ਜੀ ਮੇਰੀ ਪ੍ਰੋਡਿਊਸਰ ਦੇ ਕਿਸੇ ਕਿਸਮ ਮੇਰੀ ਗੱਲ ਸੁਣੋ ਪੁਰਾਣਾ ਪੱਖਾ ਹੁੰਦਾ ਹੈ ਤੇ ਮੇਰੇ ਤੋਂ ਚੁੱਕੋ ਭਾਈ ਸਾਹਿਬ ਮੇਰੀ ਗੱਲ ਸੁਣੋ ਨਾ ਕਰੋ ਇਸ ਤਰ੍ਹਾਂ ਫਾਟਿਆ ਟਾਇਰ ਹੁੰਦਾ ਮੇਰੀ ਗੱਲ ਸੁਣੋ ਪਾਗਲ ਨੂੰ ਤੁਸੀਂ ਭਾਈ ਸਾਹਿਬ ਨਾ ਕਰੋ 26 ਵੀਲਰ ਟਰਾਲੇ ਦੇ ਵਿੱਚ ਵੱਡਾ ਗਾਈਡੈਂਸ ਰੱਖਿਆ ਤਾਂ ਨਾ ਕਰੋ ਇਸ ਤਰ੍ਹਾਂ ਮਾੜੀ ਗੱਲ ਹੈ ਇਸ ਤਰ੍ਹਾਂ ਅੱਛਾ ਭਾਈ ਸਾਹਿਬ ਮੇਰੀ ਗੱਲ ਸੁਣੋ ਪੋ ਵਾਲੀ ਵੱਡੀ ਗੜ ਜਿਹੜੀ ਨਾ ਉਹਦੇ ਵਿੱਚ ਵੱਡਾ ਬੋਰਾ ਹੁੰਦਾ ਨਾ ਇਸ ਤਰ੍ਹਾਂ ਦੀ ਗੱਲ ਕਰੋ ਅਸੀਂ ਵੇਖੋ ਅਸੀਂ ਜੁੱਤਾ ਕਰਨ ਵਾਲੇ ਲੋਕ ਨਹੀਂ ਹਾਂ ਅਸੀਂ ਤਾਂ ਲੋਕਾਂ ਨੂੰ ਹਸਾਉਣ ਵਾਸਤੇ ਜਾਂਦੇ ਅਸੀਂ ਤਾਂ ਲੋਕਾਂ ਨੂੰ ਅਸੀਂ ਆਪ ਦੁੱਖ ਦੇ ਵਿੱਚ ਰਹਿ ਕੇ ਅਸੀਂ ਲੋਕਾਂ ਨੂੰ ਸਮਝਾਉਂਦੇ ਸਹੀ ਕਹਿ ਰਹੇ ਅਸੀਂ ਸਾਰੇ ਦੁੱਖ ਅਸੀਂ ਆਪ ਚੱਲਦੇ ਇਹੋ ਜਿਹਾ ਬੰਦਾ ਪੱਠੇ ਤੇ ਜੋ ਰੱਖਿਆ ਹੋਵੇ ਜੀ 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 ਔਰ ਤੁਹਾਨੂੰ ਪਤਾ ਕਿ ਦਿਨ ਦੀ ਕਿੰਨੀ ਮਜ਼ਦੂਰੀ ਕਰੇ ਨਾਜ਼ਰੀਨ ਗੱਲ ਲੰਮੀ ਹੋ ਚੱਲੀ ਹੈ मैं ਉਹ सिर्फ ਲੰਮੀ ਮੇਰੇ ਭਾਈ ਕੀ ਹੋ ਜਾਣੀ ਹੈ भाई प्रोग्राम का टाइम होता है मेरा खत्म हो गया है ਅੱਛਾ ਮੇਰੀ ਗੱਲ ਸੁਣੋ ਜੀ ਮੈਂ ਪੈਸੇ ਦੇ ਦੇਣਾ ਮੇਰੀ ਗੱਲ ਸੁਣੋ ਯਮਨ ਦਾ ਮੋਚੀ ਹੁੰਦਾ ਹੈ ਤੇ ਉਹ ਰੇੜੇ ਦੇ ਧੁਰੇ ਦਾ ਬੈਲੈਂਸ ਹੁੰਦਾ ਹੈ ਉਹ ਭਾਈ ਇਹਦਾ ਉਹ ਕਰਮ ਵਾਲਿਆ ਉਹ ਕਿਉਂ ਪਾਗਲ ਹੋ ਗਿਆ ਤੂੰ ਉਹ ਸੀ ਫਨਕਾਰ ਹੈ ਸਾਨੂੰ ਚੁੱਪਤਾ ਕਰਨਾ ਤੂੰ ਉਹ ਮੈਂ ਬੇਗ ਸਾਹਿਬ ਬੇਗਬਾਲ ਬੇਗ ਸਾਹਿਬ ਸਮਝ ਕੇ ਮੈਂ ਬੈਠਾ ਮੇਰੇ ਭਾਈ ਮੈਨੂੰ ਕੀ ਪਤਾ ਮੇਰੇ ਸਾਹਮਣੇ ਮੇਰੇ ਤੋਂ ਵੱਡਾ ਭੰਡ ਪੈ ਗਿਆ है यार शरीफ आदमी ने फिर मतलब सही साहब ही होए ओ यार मैंने कोई जुगत नहीं की थी किना मतलब सही साहब कोई वो तो शरीफ ए बेचारा गुरबत ਅਸੀਂ ਵੀ ਸ਼ਰੀਫ हमारे है ਓਏ ਅਸੀਂ ਵੀ और दो दंद निकल दे रहे ਭਾਈ ਸਾਹਿਬ ਅਸੀਂ हमारे ਵੀ ਸ਼ਰੀਫ ਆ ਮਤਲਬ ਮੈਂ ਕੀ ਭਾਈ ਤੇ ਸਿਰਫ ਇਹ ਕਹਿਣਾ ਚਾਹੁੰਦਾ ਹਮਾਰੇ ਭਾਈ मैं सिर्फ ये कहना चाहना कि ऐ मेरे फन के परस्तार तुझे मालूम नहीं ऐ मेरे फन के परस्तार तुझे मालूम नहीं कितने दुख सहता है फनकार तुझे मालूम नहीं और तू तमाशाई नहीं खेल का एक हिस्सा है तू तमाशाई नहीं खेल का एक हिस्सा खेल का एक हिस्सा है क्या है तेरा किरदार तुझे मालूम नहीं वाह वाह बर्फानी होता ਹੁੰਦਾ ਲੀਲਾ ਖੁਦਾ ਦਾ ਵਾਸਤਾ ਇਹੋ ਜਿਹੇ ਜਿਹੜੇ ਲੋਕ ਨੇ ਨਾ ਅਸਲ ਦੇ ਵਿੱਚ ਤਮਸਕਰ ਉਡਾਉਣ ਵਾਲੇ ਅਸੀਂ ਬੜੇ ਮਸਕੀਨ ਲੋਕ ਹਾਂ ਅਸੀਂ ਬੜੇ ਟੁੱਟੇ ਹੋਏ ਲੋਕ ਹਾਂ ਅਸੀਂ ਬੜੇ ਹਸਾਸ ਲੋਕ ਹਾਂ ਅਸੀਂ ਜਦੋਂ ਅਸੀਂ ਕਹਿੰਦੇ ਕਿ ਫਨਕਾਰ ਬੜੀ ਵੱਡੀ ਚੀਜ਼ ਹੈ ਉਹ ਸਾਨੂੰ ਤੇ ਇੱਥੇ ਹੁਣ ਪਤਾ ਲੱਗ ਰਿਹਾ ਕਿ ਅਸੀਂ ਫਨਕਾਰ ਕੀ ਹਾਂ 5 ਮਹੀਨਿਆਂ ਤੋਂ ਤੂੰ ਹਰ ਬੰਦਾ ਆਪਣੇ ਕੰਧ ਵਿੱਚ ਛੋਟਾ ਤੁਰ ਕੇ ਹਰ ਬੰਦਾ ਆਪਣੀ ਸ਼ਰਤਾਂ ਤੇ ਹਰ ਬੰਦੇ ਨੂੰ ਲਓ ਇੱਕ ਜਿਹਾ ਬੰਦਾ ਟ੍ਰੇਨਾਂ ਬੰਦ ਹੋਈਆਂ ਨੇ ਟ੍ਰੇਨਾਂ ਯਾਰ ਮੇਰਾ ਖਬਰ ਪੱਕਾ ਹੋਵੇ ਨਾ हां जी ਟ੍ਰੇਨਾਂ ਬੰਦਾ ਬੰਦਾ ਗੌਸ ਦਾ ਲੰਗਰ ਕੋ 6 ਵਾਰੀ ਖਾ ਜਾਂਦਾ
ਸਿਰਫ ਇਸ ਵਾਸਤੇ ਕਿ ਮੈਂ ਕੀਰਤ ਨਾ ਖਾ ਸਾਜੀ ਰਿਕੁਐਸਟ ਹੈ ਭਾਈ ਸਾਹਿਬ ਦੇਖੋ ਟ੍ਰੇਨਾਂ ਬੰਦ ਹੋਈਆਂ, ਟ੍ਰੇਨਾਂ ਚੱਲ ਪਈਆਂ, ਬੱਸਾਂ ਬੰਦ ਹੋਈਆਂ, ਬੱਸਾਂ ਚੱਲ ਪਈਆਂ, ਜਹਾਜ਼ ਚੱਲ ਹਰ ਪਏ। ਜਗ੍ਹਾ ਤੇ ਜਹਾਜ਼ ਚੱਲ ਪਏ, ਹਰ ਹਾਂਜੀ। ਜਗ੍ਹਾ ਤੇ ਰਿਲੀਜ਼। ਉਹ ਨਹੀਂ ਚੱਲ ਰਿਹਾ ਤੇ ਇੱਕ ਸਰਕਾਰ ਨਹੀਂ ਚੱਲ ਰਿਹਾ। ਨਹੀਂ ਹਾਂਜੀ। ਨਹੀਂ ਮੈਰਿਜ ਹਾਲ ਵੀ ਬੰਦ ਨੇ, ਸਕੂਲ ਵੀ ਅਰੇ ਭਾਈ ਮੈਂ ਸਾਡੇ ਦੇਖੋ ਭਾਈ ਬੱਸਾਂ ਚੱਲ ਪਈਆਂ, ਜਹਾਜ਼ ਚੱਲ ਪਏ, ਟ੍ਰੇਨਾਂ ਚੱਲ ਪਈਆਂ, ਲੇਕਿਨ ਇਹੋ ਜਿਹੇ ਡੀਜ਼ਲ ਵਾਲੇ ਖੋਤੇ ਕਿਉਂ ਨਹੀਂ ਚੱਲ ਰਹੇ? ਹਾਏ ਹਾਏ। ਮੈਨੂੰ ਵੀ ਦੱਸੋ ਨਾ। ਛੋਟੇ ਕਿਦੋਂ ਚੱਲਣ? ਮਾਲ ਬੜੀ ਹੋ ਗਿਆ, ਤੁਸੀਂ ਮਾਲਕੀ ਦੇ ਮਾਲਕ ਹੋ। ਮੇਰੀ ਭਾਈ ਠੀਕ ਮੈਂ ਹੈ, ਮੇਰੀ ਥੋੜੀਆਂ ਗੱਲਾਂ ਸੁਣ ਕਰਾਂਦਾ ਕਿ ਤੁਸੀਂ ਸਿਰਫ ਇੱਕ ਜ਼ਾਤੀ ਚਮੋਟੇ ਦੇ ਮਾਲਕ ਹੋ। ਉਹ ਮੇਰੇ ਭਾਈ ਮੇਰੀ ਮੇਰੇ ਗੱਲ ਰਾਤੀ ਸੁਣੋ। ਛੋਟੇ ਮੌਤ ਦੇ ਖੂਹ ਦੇ ਮਾਲਕ ਨੇ ਭਾਈ ਸਾਹਿਬ ਓਏ ਠੇਕੇਦਾਰ ਅਜੇ ਖੁਸਰੇ ਦਿਹਾੜੀ ਤੋਂ ਜਿਹੜੇ ਫੱਟੇ ਤੇ ਨੱਚਦੇ ਨੇ, ਇਹ ਭਾਈ ਉਹਨਾਂ ਨੂੰ ਪਤਾ ਲੈਂਦਾ। ਇਹਦਾ ਮੂੰਹ ਵੇਖੋ, ਇਹਨੂੰ ਮੌਤ ਦੇ ਖੂਹ ਦੇ ਬਾਹਰ ਗੇਟ ਤੇ ਖਲਵਾਇਆ ਹੁੰਦਾ ਵਜੇ ਬੰਦਿਆਂ ਨੇ। ਆ ਜਿਹੜੇ ਖੁਸਰੇ ਉੱਤੇ ਤੱਦੀ ਤੱਦੀ ਯਾਰ ਉੜਦੇ ਨੇ, ਇਹ ਜਾ ਕੇ ਸਿਰਫ ਸਾਹਮਣੇ ਕਰਕੇ ਨਾ ਧਿਆਨ ਕਰਕੇ ਅਗਲੇ ਨੂੰ ਤੜੀ ਲਾ ਕੇ ਸਿਰਫ ਇਸ਼ਾਰਾ ਕਰਦਾ ਕਿ ਤੂੰ ਛੇੜਨਾ ਨਹੀਂ। ਉਹ ਮੇਰੇ ਭਾਈ ਨਹੀਂ ਹੋ ਜਾਏਗੀ, ਇਹ ਕੋਈ ਫਾਇਦਾ ਨਹੀਂ ਹੈ। ਦੂਜੇ ਨਾਲ ਲੱਗੇ ਨੇ ਤੇ ਤੁਸੀਂ ਕਰੋ ਕੋਈ ਡਿਸਕਸ। नाज़रीन प्रोग्राम अपनी कोशिश का चला के जा रहे हैं। मैं मेरा मकसद वो चंद तबके प्रेजेंट करना सी ਜਿਹੜੇ ਕਿ ਲਾਕਡਾਊਨ ਖਤਮ ਹੋ ਜਾਣ ਦੇ ਬਾਵਜੂਦ, ਸਾਰੇ ਕਾਰੋਬਾਰ ਖੁੱਲ ਜਾਣ ਦੇ ਬਾਵਜੂਦ ਇਹ ਤਿੰਨ ਚਾਰੋਂ ਸ਼ੋਬੇ ਨੇ ਜਿਹੜੇ ਹਲੇ ਤੱਕ ਬੰਦ ਨੇ, ਔਰ ਇਸ ਨਾਲ ਰਿਲੇਟਡ ਹਜ਼ਾਰਾਂ ਲੋਕ ਬਲਕਿ ਬਿਲਾਮੁਬਾਲਗਾ ਲੱਖਾਂ ਲੋਕ ਜਿਹੜੇ ਨੇ ਉਹ ਮੁਤਾਸਰ ਹੋ ਰਹੇ ਨੇ। ਇਹ ਫੈਮਲੀਆਂ ਦਾ ਕੋਈ ਪੁਰਸਾਨੇ ਹਾਲ ਨਹੀਂ। ਨਾ ਮੈਰਿਜ ਹਾਲਾਂ ਦੇ ਜਿਹੜੇ ਮੁਲਾਜ਼ਮੀਨ ਸਨ, ਮੈਨੇਜਰ, ਵੇਟਰ, ਕੁੱਕ, ਦੂਸਰਾ ਰਿਲੇਟਡ ਤਬਕਾ ਜਿਹੜਾ ਸੀ ਉਹ ਵੀ ਇਸੇ ਬਦਹਾਲੀ ਦਾ ਸ਼ਿਕਾਰ ਹੈ। ਆਰਟਿਸਟ और थिएटर का दूसरा स्टाफ ਜਿਹੜਾ ਉਹ ਵੀ ਇਸੇ ਬਦਹਾਲੀ ਦਾ ਸ਼ਿਕਾਰ ਹੈ। ਹਜ਼ਾਰਾਂ ਸਕੂਲ ਦੇ ਕੰਟੀਨਾਂ ਚਲਾਉਣ ਵਾਲੇ ਔਰ ਉੱਥੇ ਦੇ ਵਰਕਰ ਉਹ ਵੀ ਇਸੇ ਬਦਹਾਲੀ ਦਾ ਸ਼ਿਕਾਰ ਨੇ। ਕਦੋਂ ਇਹ ਕਰੋਨਾ ਖਤਮ ਹੋਵੇਗਾ, ਕਦੋਂ ਲਾਕਡਾਊਨ ਦੇ ਪੂਰੇ ਦੇ ਪੂਰੇ ਅਸਰਾਤ ਖਤਮ ਹੋਣਗੇ ਔਰ ਇਹਨਾਂ ਦਾ ਬਿਜ਼ਨਸ ਖੁੱਲੇਗਾ, ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ। ਸਾਡਾ ਮਕਸਦ ਸਿਰਫ ਇਹਨਾਂ ਨੂੰ ਪ੍ਰੈਜ਼ੈਂਟ ਕਰਨਾ ਸੀ, ਸਾਡੇ ਦੋਸਤਾਂ ਨਾਲ ਤੁਹਾਨੂੰ ਐਂਟਰਟੇਨ ਕਰਨ ਦੀ ਕੋਸ਼ਿਸ਼ ਕੀਤੀ। ਉਮੀਦ ਕਰਦੇ ਹਾਂ ਕਿ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇੱਕ ਛੋਟੀ ਜਿਹੀ ਬਾਤ ਜੀ ਜੀ ਮੈਂ ਤੁਹਾਡੇ ਪ੍ਰੋਗਰਾਮ ਦੀ ਵਿਸਾਸਤ ਦੇ ਨਾਲ ਨਾ ਇੱਕ ਮੇਰੀ ਬਾਤ ਮੇਰੇ ਦਿਲ ਚ ਆਈ। ਜੀ ਜੀ ਜਿਹੜੀ ਗਵਰਨਮੈਂਟ ਨੂੰ ਸਿਰਫ ਇਹ ਪਤਾ ਨਹੀਂ ਲੱਗ ਰਿਹਾ ਕਿ ਮੇਰਾ ਹੱਕਦਾਰ ਔਰ ਮੇਰਾ ਭੁੱਖਾ ਕਿੱਥੇ ਹੈ, ਉਹਨੂੰ ਆਪਣੇ ਵੋਟਰ ਦਾ ਪਤਾ ਕਿਵੇਂ ਲੱਗ ਰਿਹਾ? ਕਿਸ ਤਰ੍ਹਾਂ ਖੁੱਡਾਂ ਦੇ ਵਿੱਚੋਂ ਜਾ ਕੇ ਆਪਣੇ ਵੋਟਰ ਨੂੰ ਕੱਢ ਲੈਂਦੇ ਨੇ। ਯਾਰ ਇਹ ਕਿਸੇ ਨੂੰ ਭੁੱਖਿਆ ਨਹੀਂ ਕੱਢ ਸਕਦੇ। ਆਰਟਿਸਟਾਂ ਦੇ ਬਾਰੇ ਜੇ ਗਿਆ ਗਿਆ ਪਿੱਛੇ ਜੇ ਆਰਟਿਸਟਾਂ ਦੇ ਬਾਰੇ ਗੱਲ ਚੱਲੀ, ਉਹਨਾਂ ਨੇ ਆਖਿਆ ਜਨਾਬ ਆਰਟਿਸਟ ਜਿਹੜੇ ਨੇ ਨਾ ਆਪਣੇ ਕੁਆਇਸ ਵਗੈਰਾ ਜਮ੍ਹਾਂ ਕਰਵਾਓ। ਹਾਲਾਂਕਿ ਆਰਟਸ ਕੌਂਸਲ ਦੇ ਅੰਦਰ ਜਿਸ ਵਕਤ ਸਾਡੇ ਆਰਟਿਸਟਾਂ ਦੀ ਅਸੈਂਸਨਾਂ ਹੁੰਦੀਆਂ ਨੇ ਨਾ, ਸਾਡੇ ਆਈਡੀ ਕਾਰਡ ਤੱਕ, ਸਾਡੇ ਮੋਬਾਈਲ ਨੰਬਰ ਤੱਕ, ਸਾਡੇ ਨਿਕਨੇਮ ਔਰ ਸਾਡੇ ਓਰੀਜਨਲ ਨੇਮ ਤੱਕ ਆਰਟਸ ਕੌਂਸਲਾਂ ਦੇ ਅੰਦਰ ਮੌਜੂਦ ਨੇ। ਔਰ ਅਸੀਂ ਰਿਕਾਰਡ ਦੇ ਵਿੱਚ ਅਸੀਂ ਲੋਕ ਆਰਟਿਸਟ ਜਿਹੜੇ ਲੋਕ ਹੈ ਨਾ, ਅਸੀਂ ਰਿਕਾਰਡ ਦੇ ਵਿੱਚ। ਉਹ ਮੇਰੇ ਭਾਈ ਗਵਰਨਮੈਂਟ 15-20 ਹਜ਼ਾਰ ਰੁਪਇਆ ਦੇ ਰਹੀ, ਹੁਣ ਕੀ ਚਾਹੁੰਦੇ ਹੋ? ਕਿਤੋਂ ਭਾਈ 5 ਮਹੀਨੇ ਤੋਂ ਨਹੀਂ ਕਿੱਥੋਂ ਦੇ ਰਹੀ? ਉਹ ਸਾਰੀ ਦੁਨੀਆ ਨੂੰ ਦੇ ਦਿਓ, ਸਾਨੂੰ ਕਿੱਥੋਂ ਲੱਭੇ ਨੇ? ਲੋਕਾਂ ਨੂੰ 12,000 ਦੇ ਰਹੇ ਨੇ, ਇਹਨਾਂ ਨੂੰ ਜਨਾਬ ਉਹ 15,000 20,000 ਦੇ ਰਹੇ ਉਹ ਨੇ। ਕਿੱਥੇ 15 ਭਾਈ ਸਾਹਿਬ 15 ਰੁਪਏ ਦੀ ਹਾਲੇ ਤੱਕ ਲੱਭੇ। ਨਾਜ਼ਰੀਨ 15 ਅਨਾਉਂਸਮੈਂਟ ਰੁਪਏ ਦੀ ਹਾਲੇ ਤੱਕ ਲੱਭੇ, ਸਿਰਫ ਅਨਾਉਂਸਮੈਂਟ ਹੋਈ ਜਾ ਰਹੀ ਹੈ। ਅਨਾਉਂਸਮੈਂਟ ਹੋਈ ਸੀ, ਕਿਸੇ ਨੂੰ ਕੁਝ ਨਹੀਂ ਮਿਲਿਆ। ਆਰਟਿਸਟਾਂ ਨੂੰ ਪ੍ਰੋਗਰਾਮ ਨੂੰ ਮੈਂ ਨਾਜ਼ਰੀਨ ਖਤਮ ਕਰ ਰਿਹਾ। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹਦਾ ਲੱਗਾ? ਸਾਡੇ ਇਹਨਾਂ ਲੋਕਾਂ ਦੇ ਦੁੱਖ ਅੱਛਾ ਮੈਂ ਤੁਹਾਨੂੰ ਇੱਕ ਮੇਰੇ ਭਾਈ ਦੁਬਾਰਾ ਤੁਸੀਂ ਕਦੀ ਸਾਨੂੰ ਬੁਲਾਣਾ ਹੋਵੇ ਜੀ ਜੀ ਤੇ ਇਹੋ ਜਿਹੇ ਲੋਕਾਂ ਨੂੰ, ਉਹ ਭਾਈ ਮੇਰੀ ਗੱਲ ਸੁਣ, ਸਾਈਕਲ ਦੀ ਗੱਡੀ ਹੁੰਦੀ ਏ, ਇਹ ਆਂਦਾ ਵਾਸਤੇ ਜਿਹੜਾ ਹੈ ਸਾਡਾ ਤੁਹਾਡਾ ਕੋਈ ਤਨਾਜ਼ਾ ਨਹੀਂ, ਭਾਈ ਹੋ ਤੁਸੀਂ ਸਾਡੇ, ਮੇਰੀ ਗੱਲ ਨਹੀਂ ਅਜਿਹੀ ਤਰ੍ਹਾਂ ਦਾ ਸਾਡਾ ਵੀ ਨਹੀਂ ਤੁਹਾਡਾ ਵੇਖੋ ਨਾ। ਭਾਵੇਂ ਤੁਹਾਡਾ ਮੂੰਹ ਪੁਰਾਣੇ ਗਿੱਟੇ ਆ ਰਹੇ, ਲੇਕਿਨ ਇਹ ਕਿ ਮੇਰੀ ਗੱਲ ਸੁਣੋ। ਵੇਖੋ ਜਿਵੇਂ ਵੀ ਸ਼ਾਇਦ ਖਾਣਾ ਰਿਚ ਹੁੰਦਾ, ਗੱਲ ਇਹ ਨਹੀਂ, ਗੱਲ ਸਿਰਫ ਇਹ ਵੇ ਕਿ ਮੈਂ ਸਿਰਫ ਤੁਹਾਡੇ ਨਾਲ ਦੇਖੋ ਸਾਡਾ ਤੁਹਾਡਾ ਇਖਤਲਾਫ ਨਹੀਂ। ਅੱਛਾ ਵੇਖੋ ਸਾਡਾ ਤੁਹਾਡਾ ਇਖਤਲਾਫ ਕੀ ਜਾ ਰਿਹਾ ਹੈ, ਸਾਡਾ ਤੁਹਾਡਾ ਇਖਤਲਾਫ ਇਹ ਅੱਛੀ ਗੱਲ ਕਰੀ ਜਾ ਰਿਹਾ ਸਾਡੇ ਨਾਲ। ਸਾਡਾ ਤੁਹਾਡਾ ਇਖਤਲਾਫ ਨਹੀਂ ਆ। ਮੈਂ ਸਿਰਫ ਲੋ ਨਾਜ਼ਰੀਨ ਇਹਨਾਂ ਵਾਲੇ ਕੰਜਰਾਂ ਨੂੰ ਮੁਕਰੋ ਨਹੀਂ, ਮੈਨੂੰ ਇਜਾਜ਼ਤ ਦਿਓ। ਰੱਬ ਰੱਖਾ, ਜਲਦੀ ਜਲਦੀ ਮੇਰਾ ਸਾਥ ਦੇਣਾ। ਪਾਕਿਸਤਾਨ ਜ਼ਿੰਦਾਬਾਦ।